ਅੱਜ ਤੁਹਾਨੂੰ ਸਭ ਨੂੰ ਅਸੀਂ ਇੱਥੇ ਪ੍ਰੈਸ ਵਾਲੀ ਬਣਾਇਆ ਬਰੀਫ about the committee formed by the honorable speaker. A depletion of groundwater table ਜਿਹੜਾ ਪੰਜਾਬ 'ਚ ਤਹਿ ਸਾਡੀ ਪਾਣੀ ਦੀ ਥੱਲੇ ਜਾ ਰਹੀ ਹੈ ਉਹਦੇ ਬਾਰੇ 4 ਮਾਰਚ 2021 ਨੂੰ honorable speaker ਰਾਣਾ ਕੇ.ਪੀ. ਸਿੰਘ ਜੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਪਹਿਲਾਂ ਡਿਸਕਸ਼ਨ ਹੋਈ ਉੱਥੇ ਉਹਦੇ ਬਾਅਦ ਮੈਨੂੰ ਚੇਅਰਮੈਨ ਆਫ ਦੀ ਕਮੇਟੀ ਸਰਦਾਰ ਪ੍ਰਤਾਪ ਸਿੰਘ ਜੀ ਅਜਨਾਲਾ, ਸਰਦਾਰ ਹਰਦੇਵ ਸਿੰਘ ਜੀ ਸ਼ੇਰਵਾਲੀ, ਡਾਕਟਰ ਰਾਜਕੁਮਾਰ ਜੀ, ਮੀਤ ਹੇਅਰ ਜੀ ਐਂਡ ਗੁਰਪ੍ਰਤਾਪ ਸਿੰਘ ਹੋੜਾ ਇਹਨਾਂ ਨੂੰ ਕਮੇਟੀ 'ਚ ਸਾਰੀਆਂ ਪਾਰਟੀਆਂ ਨੂੰ ਰਿਪਰੈਜ਼ੈਂਟੇਸ਼ਨ ਦੇ ਕੇ ਕਮੇਟੀ ਫਾਰਮ ਕੀਤੀ 24 ਮਾਰਚ ਨੂੰ, ਜਿਹਦੇ 'ਚ ਅਸੀਂ ਕੰਮ ਕਰਨਾ ਚਾਲੂ ਕੀਤਾ। ਔਰ ਇਹਦੇ 'ਚ ਜ਼ਿਕਰਯੋਗ ਗੱਲ ਹੈ ਕਿ ਜਿੱਥੇ ਸਪੀਕਰ ਸਾਹਿਬ ਕੰਸਰਨ ਨੇ ਬਹੁਤ ਹੀ ਡਿਪਲੀਟਿੰਗ ਵਾਟਰ ਟੇਬਲ ਉੱਥੇ ਸਰਕਾਰ 2017 'ਚ ਬਣੀ ਤੇ ਕੈਪਟਨ ਅਮਰਿੰਦਰ ਸਿੰਘ ਜੀ immediately after taking over as chief minister, maybe after 6-8 months he went to Israel, saw their system. एक मैक्रॉट कंपनी है इजराइल मैक्रॉट ਜਿਹਨੂੰ ਪੰਜਾਬ ਦੇ ਸਾਰੇ ਵੱਖਰੇ ਵੱਖਰੇ ਪਾਣੀ ਦੇ ਜਿਵੇਂ ਚਾਹੇ ਉਹ ਰੇਨ ਵਾਟਰ ਹੋਵੇ ਚਾਹੇ ਕਨਾਲ ਵਾਟਰ ਹੋਵੇ ਅੰਡਰਗਰਾਊਂਡ ਵਾਟਰ ਹੋਵੇ ਐਂਡ ਮੈਨੀ ਅਦਰ ਸੋਰਸਿਸ ਜਿਹੜੀਆਂ ਨਾਲ ਅਸੀਂ ਪੰਜਾਬ ਦਾ ਪਾਣੀ ਬਚਾ ਸਕਦੇ ਹਾਂ ਉਹ ਡਾਟਾ ਕਲੈਕਟ ਵੀ ਕਰ ਰਹੇ ਆ, ਰਿਪੋਰਟਸ ਕੰਪਾਈਲ ਕਰ ਰਹੇ ਆ। ਉਸ ਨੂੰ ਅਸਾਈਨ ਕਰਕੇ ਆਏ ਸੀ, ਉਹਨਾਂ ਦਾ ਐਗਰੀਮੈਂਟ ਸਾਈਨ ਕਰਕੇ ਆਏ ਜਿਹੜੀ ਅੱਜ ਪਿਛਲੇ 3-3.5 ਸਾਲ ਤੋਂ ਮੈਕਰੋਟ ਕੰਪਨੀ ਦੇ ਕੰਮ ਕਰ ਰਹੀ ਹੈ ਐਂਡ ਦੇ ਡਨ ਗੁੱਡ ਜੌਬ। ਸਾਡੀ ਕਮੇਟੀ ਨੇ ਇਹ ਚੀਜ਼ਾਂ ਆਬਜ਼ਰਵ ਕੀਤੀਆਂ ਔਰ ਇਹ ਕ੍ਰੈਡਿਟ ਚੀਫ ਮਿਨਿਸਟਰ ਨੂੰ ਜ਼ਰੂਰ ਜਾਂਦਾ ਕਿ ਉਹਨਾਂ ਦੀ ਵਿਜ਼ਨ ਅੱਜ ਤੋਂ 4.5 ਸਾਲ ਪਹਿਲਾਂ ਉਹਨਾਂ ਦੇ ਮਨ ਸੀ ਕਿ ਪੰਜਾਬ ਦੇ ਪਾਣੀ ਜਿਹੜਾ ਡਿਪਲੀਟਿੰਗ ਵਾਟਰ ਟੇਬਲ ਇਹਦੇ ਬਾਰੇ ਸੋਚਿਆ ਤੇ ਇਸ ਦੇ ਵਿੱਚ ਗਰਾਊਂਡ ਵਾਟਰ ਸਿਨੈਰੀਓ ਰੋਲ ਆਫ ਸਰਫੇਸ ਵਾਟਰ in augmenting groundwater resources, role of state organization involved in water sector activities, major challenges ਜਿਹੜੇ ਅੱਜ ਤਾਈਂ ਅਸੀਂ ਨਹੀਂ ਐਡਰੈਸ ਕੀਤੇ ਸੀ ਉਹਨਾਂ ਬਾਰੇ ਅਸੀਂ ਡਿਸਕਸ਼ਨ ਕੀਤੀ ਤੇ ਕਮੇਟੀ ਨੇ ਪਹਿਲੀ ਰეკਮੈਂਡੇਸ਼ਨ ਸਾਡੀ ਇਹ ਜਿਹਦੇ ਵਿੱਚ ਮੈਂ ਸਮਝਦਾ ਕਿ ਸਾਡੇ ਬਿਊਰੋਕ੍ਰੇਸੀ ਨੇ ਸਾਨੂੰ ਇਸ ਗੱਲ ਨੂੰ ਠੀਕ ਮੰਨਿਆ। ਅਸੀਂ ਰეკਮੈਂਡ ਕੀਤਾ ਕਿ ਜਿਹੜੀ ਵਾਟਰ ਰਿਸੋਰਸਿਸ ਮਿਨਿਸਟਰੀ ਆ ਉਹ ਇਹੋ ਜਿਹੀ ਮਿਨਿਸਟਰੀ ਹੋਣੀ ਚਾਹੀਦੀ ਆ ਕਿਉਂਕਿ ਇਹ ਪਾਣੀ ਵੱਖਰੀਆਂ ਮਿਨਿਸਟਰੀਆਂ ਕੋਲ ਹੈ। ਪੰਚਾਇਤੀ ਰਾਜ ਕੋਲ ਵੀ ਇਹਦਾ ਕੰਮ, ਲੋਕਲ ਸੈਲਫ ਗਵਰਨਮੈਂਟ ਦਾ ਵੀ ਪਾਣੀ ਆ। ਪਾਣੀ ਦਾ ਮਤਲਬ ਪਾਣੀ ਚਾਹੇ ਉਹ ਮਿਊਨਿਸਪਲ ਵੇਸਟ ਹੋਵੇ ਚਾਹੇ ਉਹ ਪਿੰਡਾਂ ਦਾ ਛੱਪੜਾ ਜਿਹੜਾ ਪਾਣੀ ਉਹਦੀ ਗੱਲ ਕਰਦਾ, ਇਹ ਸਾਰੇ ਮਤਲਬ ਜਿੰਨੇ ਵੀ ਪਾਣੀ ਆ ਇਹ ਸਾਰੇ ਇੱਕ ਮਿਨਿਸਟਰੀ ਇੱਕ ਸੈਕਟਰੀ ਦੇ ਅੰਦਰ ਹੋਣਾ ਚਾਹੀਦਾ। ਇਸ ਮਿਨਿਸਟਰੀ ਵਾਟਰ ਰਿਸੋਰਸ ਮਿਨਿਸਟਰੀ ਜਿਹੜੀ ਆਲਰੇਡੀ ਹੈਗੀ ਇਹਦੇ ਕੋਲ ਮਾਈਨਿੰਗ ਦਾ ਕੰਮ ਨਹੀਂ ਹੈਗਾ, ਉਹ ਮਾਈਨਿੰਗ ਨੂੰ ਇਹਦੇ ਵਿੱਚੋਂ ਮਾਈਨਸ ਕਰ ਦਿੱਤਾ ਜਾਵੇ ਐਂਡ ਇਹ ਕਾਰਨ ਉਹ ਜਿਹਾ ਬਿਲਡਅਪ ਹੋਣਾ ਚਾਹੀਦਾ ਜਿਹੜਾ ਫਿਲਹਾਲ ਪਾਣੀ ਨੂੰ ਸਾਂਭੇ ਔਰ ਉਹਨਾਂ ਦੀ ਅਗਾਂਹ ਵਧੂ ਸੋਚ ਕਿ ਹਾਊ ਟੂ ਡਿਕਰੀਜ਼ ਦੀ ਯੂਜ਼ੇਜ ਆਫ ਵਾਟਰ ਕਿਉਂਕਿ ਐਵਰੀ ਸਾਡੇ ਕੋਲ ਕਰੀਬ 62 ਬਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਇਸਤੇਮਾਲ ਕਰਦੇ ਹਾਂ ਚਾਹੇ ਉਹ ਰੇਨ ਵਾਟਰ ਹੋਵੇ 27% ਸਾਡਾ ਪਾਣੀ ਨਹਿਰੀ ਪਾਣੀ ਹੈ ਔਰ ਬਾਕੀ ਦਾ ਅਸੀਂ ਪਾਣੀ ਧਰਤੀ ਚੋਂ ਖਿੱਚਦੇ ਹਾਂ ਔਰ ਹਰ ਸਾਲ ਅਸੀਂ ਐਕਸਟਰਾ ਡਰਾਅਲ ਇਜ਼ 14 ਮਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਐਕਸਟਰਾ ਖਿੱਚ ਰਹੇ ਹਾਂ ਜਿਹਦੀ ਵਜ੍ਹਾ ਨਾਲ 70 ਸੈਂਟੀਮੀਟਰ ਪਾਣੀ ਸਾਡਾ ਹਰ ਸਾਲ ਥੱਲੇ ਜਾ ਰਿਹਾ ਔਰ ਇਹਨੂੰ ਰੋਕਣ ਲਈ ਉਹ ਕਦਮ ਲੈਣੇ ਚਾਹੀਦੇ ਆ। ਇੱਕ ਅਸੀਂ ਇਹ ਰეკਮੈਂਡ ਕੀਤਾ ਕਿ ਪਾਲਿਸੀ ਫਾਰਮੂਲੇਸ਼ਨ ਆਫ ਪਾਲਿਸੀ ਕਿ ਪਾਲਿਸੀ ਇਹੋ ਜਿਹੀ ਬਣਾਈਏ ਕਿ ਐਕਸਟ੍ਰੈਕਸ਼ਨ ਔਰ ਰੀਚਾਰਜਿੰਗ ਇਹਨੂੰ ਬੈਲੈਂਸ ਕਿੱਦਾਂ ਕੀਤਾ ਉਹਦੇ ਬਾਰੇ ਇਹ ਪਾਲਿਸੀ ਹੋਣੀ ਚਾਹੀਦੀ ਆ। ਆਡਿਟ ਹੋਣਾ ਚਾਹੀਦਾ ਡਿਮਾਂਡ ਐਂਡ ਸਪਲਾਈ ਦਾ ਆਲ ਸੈਕਟਰਸ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਚਾਹੇ ਐਗਰੀਕਲਚਰ ਚ ਆਪਾਂ ਇਸਤੇਮਾਲ ਕਰਦੇ ਇੰਡਸਟਰੀ ਚ ਇਸਤੇਮਾਲ ਕਰਦੇ ਹਾਂ ਤੇ ਜਿੰਨਾ ਇੱਕ ਪੁਆਇੰਟ ਮੇਰਾ ਰਹਿ ਗਿਆ ਤੁਹਾਨੂੰ ਦੱਸਣਾ ਕਿ ਇਸ ਮਿਨਿਸਟਰੀ ਦੇ ਵਿੱਚ
ਜਿਹੜਾ ਸਾਡਾ ਮਿਊਨਿਸਪਲ ਵੇਸਟ ਹੈ, ਮਿਊਨਿਸਪਲ ਵੇਸਟ ਦਾ ਜਿਹੜਾ ਪਾਣੀ ਆ ਉਹਨੂੰ ਟ੍ਰੀਟ ਕਰਕੇ ਜ਼ਿੰਮੇਵਾਰੀ ਫਿਰ ਵਾਟਰ ਰਿਸੋਰਸ ਮਿਨਿਸਟਰੀ ਦੀ ਹੋਏਗੀ। ਔਰ ਛੱਪੜਾਂ ਦੇ ਵਿੱਚ ਜਿਹੜਾ ਪਾਣੀ ਆਏ ਉਹਦੀ ਅਕਾਊਂਟਿੰਗ ਵੀ ਹੋਣੀ ਚਾਹੀਦੀ ਕਿ ਅਸੀਂ ਕਿੰਨਾ ਪਾਣੀ ਡਰਾ ਕੀਤਾ ਸੀ, ਕਿੰਨਾ ਇਵੈਪੋਰੇਟ ਹੋ ਗਿਆ, ਕਿੰਨਾ ਅਸੀਂ ਇਰੀਗੇਸ਼ਨ ਲਈ ਉਹਨਾਂ ਛੱਪੜਾਂ ਲਈ ਪਾਣੀ ਦੇ ਰਹੇ ਹਾਂ। ਇਸੇ ਤਰ੍ਹਾਂ ਵਾਟਰ ਕ੍ਰੈਡਿਟ ਸਕੀਮ ਕਿ ਜਿਹੜੇ ਬੰਦੇ ਪਾਣੀ ਦਾ ਇਸਤੇਮਾਲ ਘੱਟ ਕਰਨ, ਮੰਨ ਲਓ ਖੇਤੀਬਾੜੀ 'ਚ ਐਕਸ ਅਮਾਊਂਟ ਆਫ ਪਾਣੀ ਲਾਇਆ, ਜਿਹੜਾ ਬੰਦਾ ਉਹ 'ਚ ਜਿੰਨਾ ਘਟਾਵੇ ਉਹਨੂੰ ਉਹਨਾਂ ਕ੍ਰੈਡਿਟ ਕਿਸੇ ਨਾ ਕਿਸੇ ਰੂਪ 'ਚ ਦਿੱਤਾ ਜਾਵੇ। ਤੇ ਐਕਟਿਵ ਰੋਲ ਹੋਣਾ ਚਾਹੀਦਾ ਪੰਜਾਬ ਵਾਟਰ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਦਾ ਇੰਟੀਗ੍ਰੇਟਿਡ ਪਲਾਨ ਬਣਾਉਂਦੇ, ਪਲਾਨ ਬਣਾ ਕੇ ਕਿਵੇਂ ਕਿਵੇਂ ਸਾਰਾ ਕੰਮ ਕਰਨਾ। ਰੀਅਸੈਸਮੈਂਟ ਆਫ ਕਨਾਲ ਐਲੋਕੇਸ਼ਨ ਅਕ੍ਰੋਸ ਦੀ ਰੀਜਨ। ਦੇਖੋ ਰੀਜਨ ਦੇ ਵਿੱਚ ਅੱਜ ਪਾਣੀ ਜਿਹੜਾ ਆ ਪੰਜਾਬ ਦੀ ਸਾਰੀ ਧਰਤੀ 3 ਰੀਜਨ ਨੇ, ਦੁਆਬਾ, ਮਾਲਵਾ, ਮਾਝਾ। ਹੁਣ ਇਹਨਾਂ ਦੇ ਵਿੱਚ ਬਰਾਬਰ ਡਿਸਟ੍ਰੀਬਿਊਸ਼ਨ ਦੀ ਵੀ ਸੋਚਣੀ ਚਾਹੀਦੀ ਸਾਨੂੰ ਕਿ ਇੱਕ ਸੈਕਟਰ ਹੈ, ਇੱਕ ਵਨ ਪਾਰਟ ਆਫ ਦੀ ਕੰਟਰੀ ਵਿਚ ਗੈਟਸ ਮੋਰ ਕਨਾਲ ਵਾਟਰ, ਚਲੋ ਕਨਾਲ ਵਾਟਰ ਯੂਜ਼ ਕਰ ਰਹੇ ਆ ਐਂਡ ਦੇ ਆਰ ਡਰਾਇੰਗ ਮੋਰ ਗਰਾਊਂਡ ਵਾਟਰ ਆਲਸੋ। ਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਸੋਚਣੀਆਂ ਪੈਣੀਆਂ, ਤਾਂ ਹੀ ਪੰਜਾਬ ਦਾ ਪਾਣੀ ਬਚੇਗਾ। ਤੇ ਲਾਈਨਿੰਗ ਕਨਾਲ ਵਾਟਰ, ਕਨਾਲ ਦੀ ਜਿਹੜੀ ਆ ਬਕਾਇਆ, ਉਹਦੇ ਬਾਰੇ ਵੀ ਜ਼ੋਰ ਦਿੱਤਾ ਗਿਆ ਤਾਂ ਪਾਣੀ ਦੀ ਵੇਸਟੇਜ ਘੱਟ ਹੋਵੇ। ਤੇ ਸਟੱਡੀਜ਼ ਇਸ ਸੈਕਟਰ ਦੇ ਵਿੱਚ ਬਹੁਤ ਕਰਨ ਦੀ ਲੋੜ ਆ ਕਿ ਰੀਚਾਰਜਿੰਗ ਗਰਾਊਂਡ ਵਾਟਰ ਦੀ ਕਿਉਂ ਨਹੀਂ ਹੋ ਪਾਉਂਦੀ। ਜੇ ਜਿੰਨਾ ਪਾਣੀ ਉੱਪਰ ਮੀਂਹ ਦਾ ਪੈਂਦਾ ਤੇ ਜਿੰਨਾ ਪਾਣੀ ਅਸੀਂ ਥੱਲੇ ਕੱਢ ਕੇ ਜਾਂ ਮੀਂਹ ਦਾ ਜਾਂ ਕਨਾਲ ਦਾ ਇਰੀਗੇਟ ਕਰਦੇ ਹਾਂ ਤਾਂ ਉਹਦਾ ਓਨਲੀ 20% ਦੇ ਉੱਤੇ ਵੀ ਹਾਲੇ ਸਾਡੇ ਵੀ ਨੋਟ ਸ਼ੋਰ ਵੀ ਗਿਵਨ ਦਿਸ ਰਿਪੋਰਟ ਇਹਦੇ 'ਤੇ ਸਟੱਡੀ ਕਰੋ ਕਿ ਐਕਚੁਅਲੀ ਪਾਣੀ ਥੱਲੇ ਕਿੰਨਾ ਜਾ ਰਿਹਾ। ਹੋਰ ਧਰਤੀ ਦੇ 9 ਇੰਚ ਥੱਲੇ ਪੈਨ ਬਣ ਚੁੱਕਿਆ, ਉਹਨੂੰ ਹਾਰਡ ਪੈਨ ਕਹਿੰਦੇ ਆ। ਜੇ ਹਾਰਡ ਪੈਨ ਹੈ ਇਟ ਇਜ਼ ਲਾਈਕ ਪੈਨ, ਦੈਟ ਮੀਨਸ ਦੀ ਵਾਟਰ ਡਜ਼ਨਟ ਪੈਨੀਟ੍ਰੇਟ ਇਨ। ਔਰ ਜਦੋਂ ਸਾਡੇ 50-60 mm ਪਾਣੀ ਪੰਜਾਬ 'ਚ ਪੈਂਦਾ ਜਿੱਦਾਂ ਲਗਾਤਾਰ 24 ਘੰਟੇ ਦੇ ਫਲੱਡ ਲਾਈਕ ਸਿਚੁਏਸ਼ਨ ਹੋ ਜਾਂਦੀ ਆ, ਇਟ ਇਜ਼ ਬਿਕੋਜ਼ ਆਫ ਦਿਸ ਪੈਨ। ਵੀ ਹੈਵ ਟੂ ਬ੍ਰੇਕ ਦਿਸ ਪੈਨ। ਡਿਪਲੀਸ਼ਨ ਆਫ ਵਾਟਰ ਟੇਬਲ ਵਿਲ ਬੀ ਮਚ ਈਜ਼ੀਅਰ ਐਂਡ ਇਫੈਕਟਿਵ। ਉਹਦੇ ਲਈ ਝੋਨਾ ਹੁਣ ਦੇਖੋ, ਜੇ ਤੁਸੀਂ ਕੱਦੂ ਕਰਕੇ ਪਡਲਿੰਗ ਕਰਕੇ ਬੀਜਦੇ ਹੋ ਤਾਂ ਪੈਨ ਬਰਕਰਾਰ ਹੈ। ਔਰ ਜਿਨ੍ਹਾਂ ਨੇ ਪਡਲਿੰਗ ਕਰਕੇ ਪਾਣੀ ਖੜਾ ਕਰਕੇ ਧਰਤੀ ਦੇ ਵਿੱਚ ਝੋਨਾ ਲਾਉਣਾ ਤਾਂ ਦੇ ਵਿਲ ਨੈਵਰ ਬ੍ਰੇਕ ਦੀ ਪੈਨ। ਫॉर दैट देयर इज अ न्यू टेक्नोलॉजी नोन एज DSR, डायरेक्ट सोइंग ऑफ राइस। सो यू विल चिजल इट। और 2 फुट वगैरह खड़ा होगा और लोग इस्तेमाल करते हैं, लेकिन उत्थे इस्तेमाल करते हैं जिथे झोना नहीं बीजते। तो जो असी DSR को आप गेट इनटू DSR सोइंग मोड ऑफ सोइंग ऑफ पैडी, तो वी विल ब्रेक द पैन। वंस द पैन इज ब्रोकन द रीचार्ज विल बी फास्टर मोर एंड देयर विल बी नो फ्लड लाइक सिचुएशन। और पानी जो पंजाब का चाहे मीह जो पैदा वो राजस्थान, पाकिस्तान ते हरियाणा च नहीं जाएगा, तो पंजाब की धरती से अंडरग्राउंड वाटर को रिचार्ज करेगा। ये रिकमेंड किया। माइक्रो लेवल के पानी की शेयरिंग की, पानी की सानू प्रेजेंटेशन की पंजाब 2-3 जगह ये वास्ते कि ये हर जगह की धरती वक्री है। कितने क्लेई सॉइल है, कितने एल्यूवल है, कितने सैंडी है, कितने रॉकी है, शाहपुर के लागे रॉकी भी कह सकते हैं। सो हर धरती का अपना अपना वखरा वखरा है। और माइक्रो लेवल पर सानू मैक्रो लेवल पे स्टडी करने की जरूरत है। वी हैव रिकमेंडेड दैट ग्राउंड वाटर ऑर्गेनाइजेशन वेल प्रपोज फॉर बाय। अच्छा, मैक्रो ने की किया, दे आर डूइंग दी जॉब इन पंजाब। ये 300 फुट 600 फुट साढ़े जो पत्तन है, ये जिन्होंने कहते अपने वाटर एक्वाफायर्स उन्होंने स्टडी है कि कितना पानी अवेलेबल कि इलाके दे आर वर्किंग इन where there is less water, like Sangrur, maybe Patiala, all this region. We asked them कि इसी तरह दुआबा और माझा उन्होंने बकरियाँ अंडरग्राउंड हो सकता। सो 1 in दुआबा and 1 in माझा ये दूसरी स्टडी उठे भी ताकि सानू पता लग सके कि साढ़े एक्वाफायर किन्ने हैं, कितनी देर चल सकते हैं, कितनी लंबी डेप्थ है, कितनी कैपेसिटी है। एक पोल्यूटेड वाटर effects of pollution in water. इनकी स्टडी होनी चाहिए। ड्रेन लाइक बुढ़ा नाला,
Lesada, Tongta, and many others on groundwater resources. ये आपको जाके पानी मिलता तो कितने कितने ਉਹਦਾ ਫਿਰ ਫਰਕ ਕੀ ਹੈ, ਉਹਦੇ ਇਫੈਕਟਸ ਕੀ ਨੇ, ਹਾਊ ਡੂ ਵੀ ਸੈਗਰੀਗੇਟ ਇਟ, ਹਾਊ ਡੂ ਵੀ ਯੂਜ਼ ਇਟ, ਇਹਦੇ ਤੇ ਸਟੱਡੀ ਹੋਣ ਦੀ ਲੋੜ ਹੈ। ਇਹ ਆਫਹੈਂਡ ਮੈਂ ਜਾਂ ਸਾਡੇ ਐਕਸਪਰਟਸ ਨਹੀਂ ਦੱਸ ਸਕਦੇ। ਸੋ ਵੀ ਡੂ ਦਿਸ ਇਨ ਦੈਟ। ਇੱਕ ਸਾਨੂੰ ਵੱਡੀ ਅੱਜ ਦੀ ਪ੍ਰੋਬਲਮ ਹੋ ਰਹੀ ਹੈ ਨਾ, ਜਿੱਥੇ ਆਪਾਂ ਹਿਊਮਨ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਹੈਵੀ ਮੈਟਲਸ ਦੀ ਗੱਲ ਕਰਦੇ ਹਾਂ, ਅੱਜ ਮੈਡੀਕਲ ਵੇਸਟ, ਮੈਡੀਕਲ ਜਿਹੜੀਆਂ ਅਸੀਂ ਪਿਲਸ ਖਾ ਰਹੇ ਹਾਂ, ਕੈਂਸਰ, ਹੋਰ ਕਈ ਮੈਡੀਸਨਸ, ਉਹਦਾ ਇਫੈਕਟ ਸਿੱਧਾ ਹਿਊਮਨ ਬੀਇੰਗ ਦੇ ਉਹ ਪਾਣੀ ਜਿੱਥੇ ਪਾਣੀ ਚੱਲ ਰਿਹਾ, ਬਹੁਤ ਇਸ ਦੀ ਇਫੈਕਟ ਇਹਦਾ ਬਿਲਕੁਲ ਆਉਣ ਵਾਲੇ ਸਮੇਂ 'ਚ ਹੋ ਸਕਦਾ। ਉਹ ਦਵਾਈਆਂ ਦਾ ਅਸਰ ਉਸ ਪੇਸ਼ੈਂਟ ਨੂੰ ਹੋਵੇ ਨਾ, ਅਸੀਂ ਜਦ ਬਚਪਨ ਤੋਂ ਉਹਦਾ ਦਾ ਪਾਣੀ ਪੀਆਂਗੇ ਉਹਦੇ ਇਫੈਕਟ ਵੀ ਹੋ ਜਿਹੇ ਹੋਣਗੇ। They'll have to, those drugs will fail in this country. So we have to make a study on that also. ਇਹਦੇ ਬਾਰੇ ਵੀ ਅਸੀਂ ਰਿਕਮੈਂਡ ਕੀਤਾ। ਫਿਰ ਕਨਸਟੀਟਿਊਸ਼ਨ SPV, ਉਹੀ ਮਾਈਕਰੋ ਇਰੀਗੇਸ਼ਨ, ਮਾਈਕਰੋ ਇਰੀਗੇਸ਼ਨ ਦੀ ਲੋੜ ਹੈ। ਪਾਣੀ ਦੀ ਖਪਤ ਕਿਵੇਂ ਘਟਾਈ ਜਾ ਸਕੇ, DSR is one of them. Then I'll come to IoT also. ਇਹ ਇੱਕ ਸਪੈਸ਼ਲ ਪਰਪਸ ਵਹੀਕਲ ਬਣਾ ਕੇ, ਕਿਉਂਕਿ ਪੰਜਾਬ ਦੇ ਕੋਲ 1.5% ਅਸੀਂ ਆਪਣੀ ਧਰਤੀ ਨੂੰ ਮਾਈਕਰੋ ਇਰੀਗੇਸ਼ਨ ਕਰ ਰਹੇ ਹਾਂ। ਫਿਰ ਅਸੀਂ ਜੋ ਟਾਕ ਅਬਾਊਟ ਸਟੇਟ ਟਾਈਪ ਆਂਧਰਾ ਪ੍ਰਦੇਸ਼, ਤੇਲੰਗਾਨਾ, ਇਹ ਤਾਂ 80-85% ਦੇ ਤੇ ਜਾ ਚੁੱਕੇ ਹਨ ਕਵਰੇਜ। ਮਹਾਰਾਸ਼ਟਰ ਇਜ਼ ਮੋਰ ਦੈਨ 50%, ਵੀ ਆਰ ਜਸਟ 1.5%। ਅਗਰ ਪਾਣੀ ਬਚਾਉਣਾ ਤੇ ਸਾਨੂੰ, ਹਾਲਾਂਕਿ ਕੋਸਟ ਬਹੁਤ ਹੈ, ਦਿਸ ਇਜ਼ ਅ ਸੈਪਰੇਟ ਚੈਪਟਰ, ਕੋਸਟ ਇਜ਼ ਅ ਸੈਪਰੇਟ ਚੈਪਟਰ। ਵੀ ਹੈਵ ਟਾਕਡ ਅਬਾਊਟ ਕਿ ਮਾਈਕਰੋ ਇਰੀਗੇਸ਼ਨ ਦੀ ਅਸੀਂ ਕੀ ਕਰ ਸਕਦੇ ਹਾਂ, ਕਿਹੜੇ ਜ਼ੋਨ 'ਚ ਲਾ ਸਕਦੇ ਹਾਂ, ਕਿਉਂਕਿ ਇਹਦੀ ਜ਼ੋਨਿੰਗ ਕਰਨੀ ਪੈਣੀ ਹੈ। ਹੁਣ ਜਿੱਥੇ ਸਾਡੇ ਪਾਣੀ ਚਲ ਜਾਂਦਾ, ਥੋੜ੍ਹਾ ਜਿਹਾ ਰਿਪੋਰਟ ਪੱਕਾ ਜਾਣਾ ਚਾਹੁੰਦਾ, ਜਿੱਥੇ ਸਾਡਾ ਪਾਣੀ ਚਲ ਜਾਂਦਾ, ਨਹਿਰ ਚਲ ਜਾਂਦੀ ਹੈ, ਉਹਦੇ ਲੋਕ ਕਾਟਨ ਨੂੰ ਛੱਡ ਕੇ ਝੋਨਾ ਲਾ ਦਿਓ, ਟਿਊਬਵੈਲ ਮਿਲ ਗਏ ਝੋਨਾ ਲਾ ਦਿਓ। ਹੁਣ ਸ਼ਾਹਪੁਰ ਕੰਢੀ ਨਹਿਰ ਬਣੀ ਹੈ, ਇੱਥੇ ਬੜਾ ਵਧੀਆ ਐਗਜ਼ਾਮਪਲ ਹੁਣ ਬਣੀ ਹੈ, ਲੋਕ ਉਹਦੇ ਝੋਨਾ ਲਾਉਣ ਲੱਗ ਪਏ। We have to educate them. We have to make some program, ਚਾਹੇ ਉਹ ਸਖਤ ਹੋਵੇ ਚਾਹੇ ਗਰਮ ਹੋਵੇ, ਕਿ ਇਹ ਕੁਛ ਨਹੀਂ ਚੱਲ ਸਕਦਾ। ਇਸ ਇਲਾਕੇ 'ਚ ਜ਼ੋਨਿੰਗ ਹੋਣੀ ਚਾਹੀਦੀ, ਸਾਰੇ ਪੰਜਾਬ ਦੀ ਜ਼ੋਨਿੰਗ ਹੋ ਕੇ ਖੇਤੀਬਾੜੀ ਜ਼ੋਨਿੰਗ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿ ਜੇ ਕਾਟਨ ਵਾਲੇ ਹੁਣ 7.5 ਲੱਖ ਹੈਕਟੇਅਰ ਸਾਡਾ ਕਾਟਨ ਹੁੰਦਾ ਸੀ ਕਿਸੇ ਵੇਲੇ, ਅੱਜ ਨਹੀਂ, ਅੱਜ ਕਹਿੰਦੇ ਹਾਊ ਟੂ ਟੇਕ ਇਟ ਅਪ ਟੂ 7.5 ਲੱਖ ਹੈਕਟੇਅਰਸ। ਇਹ ਉੱਥੇ ਕਿਵੇਂ ਪਹੁੰਚਾਉਣਾ, ਜਦੋਂ ਉਹ ਜਾਏਗਾ ਤਾਂ ਸਾਡੀ ਪਾਣੀ ਯੂਜ਼ ਝੋਨੇ ਸਾਰਿਆਂ ਤੋਂ ਘੱਟ ਗਿਆ, ਸੌਰੀ ਕਾਟਨ 'ਚ ਘੱਟਿਆ। ਸੋ STPs, use of treated water, STP action plan। ਅੱਜ ਕੀ ਆ ਕਿ ਐਕਸਪਲੋਰ ਕਰਨਾ ਪਊਗਾ ਕਿ ਐਗਰੀਕਲਚਰ 'ਚ ਆਪਾਂ ਇਹਨੂੰ ਕਿੱਦਾਂ ਯੂਜ਼ ਕੀਤਾ ਜਾਵੇ, ਔਰ ਇਹ ਵੀ ਐਕਸਪਲੋਰ ਕਰਨਾ ਪਊਗਾ ਕਿ ਇਹਨੂੰ ਹੋਰ ਚੀਜ਼ਾਂ ਕਿੱਦਾਂ ਇਸਤੇਮਾਲ ਕੀਤਾ ਜਾ ਸਕਦਾ। I've seen in some places they are using this sewage water for construction of roads, construction of buildings, and brick kilns। ये सारी चीज़ें सानू और भी बड़े बड़े इनोवेटिव गल्लां करनियां पैणियां। टाइम टू कम, people with different ideas will come up and it should improve। इत्थे जिथे क्रॉप डाइवर्सिफिकेशन की गल है कि सानू अगेन मैं दोबारा आ गया कॉटन द सेम थिंग। इन लग तो 7.5 लाख हेक्टेयर ਝੋਨੇ ਤੋਂ 50% ਪਾਣੀ ਕਾਟਨ ਲੈਂਦਾ, ਤੇ ਜਿਹੜਾ ਝੋਨਾ ਜੇ ਬੀਜ ਲਿਆ ਸੀ ਵਿੱਚ ਪੱਟੇ ਉਹ ਤੋਂ ਕਨਵਰਟ ਟੂ DSR, we will be saving about 30% of water। So more we emphasize on DSR, direct sowing। I am of the God, मैं तो कमेटी च कुछ भी मैं करा DSR का मैं चीफ मिनिस्टर की report तैयार कर रहा है, officers are there, so we are preparing a report on the approach on agriculture की होनी चाहिए, सारी डाइवर्सिफिकेशन होनी चाहिए, कि मैं उन पानी बचाना है, खेती किमें प्रफुल्लित हो, उसके लिए preparing separate report। So can you save 30% of water, so which is बहुत बड़ी गल है। ते इसी तरह implementation of alternative wetting and drying system of irrigation। ਹੁਣ ਗੱਲ ਹੈ ਕਿ ਇੱਕ IoT ਆ, IoT there will be
is a chip in the ground which will give you the moisture percentage, and then that will mean when you're sowing wheat, but ਜਦੋਂ ਵੀ ਪੈੜੀ ਬੀਜਦਾ ਤਾਂ ਉਹਦੇ ਵਾਟਰ ਲੈਵਲ ਹੁੰਦਾ, ਸੋ ਵਾਟਰ ਲੈਵਲ ਦੀ ਸੈਪਰੇਟ ਚਿਪ ਹੋਏਗੀ। ਸੋ ਜਦੋਂ ਅਸੀਂ ਉਹ ਦੋ ਚਿਪਸ ਲਿਆਂਗੇ ਫਾਰਮਰ ਨੂੰ ਪਲੇਸਡ ਔਨ ਡਿਫਰੈਂਟ ਪਲੇਸਿਸ, ਉਹਦਾ ਜ਼ਮੀਨ ਦਾ ਮੋਇਸਚਰ ਕਣਕ ਲਈ ਔਰ ਜ਼ਮੀਨ ਦੇ ਵਿੱਚ ਵਾਟਰ ਲੈਵਲ ਪੈੜੀ ਲਈ, ਉਹ ਦੋ ਚੀਜ਼ਾਂ ਇੰਡੀਕੇਟ ਕਰੇਗਾ। ਇਟ ਵਿਲ ਬੀ ਕਨੈਕਟਡ ਵਿਦ ਦੀ starter of the motor and controlled by the mobile phone। ਤੁਹਾਡੀ ਕੋਈ ਇੰਡੀਕੇਸ਼ਨ ਆ ਜੂਗੀ ਮੋਬਾਈਲ ਤੇ ਕਿ ਤੇਰਾ ਖੇਤ ਸੁੱਕ ਰਿਹਾ, ਤੁਸੀਂ ਘਰ ਬੈਠੇ ਨੂੰ ਡਾਇਲ ਕਰੋਗੇ ਤੇ ਮੋਟਰ ਚੱਲ ਜਾਏਗੀ। ਇਸੇ ਤਰ੍ਹਾਂ ਮੋਟਰ ਲੈਵਲ ਦਿੰਦੇ ਆ। ਸੋ ਇਹ IoT ਦੇ ਉੱਤੇ ਕਰੀਬ 1500 ਤੋਂ 2000 ਕਰੋੜ ਰੁਪਇਆ ਖਰਚ ਹੋਏਗਾ ਅਗਰ ਅਸੀਂ 14 ਲੱਖ ਕਿਲੋਆਂ ਦੇ ਉੱਤੇ ਇਸ ਨੂੰ ਲਾਗੂ ਕਰਾ ਦਈਏ। ਔਰ ਇਹ ਸਾਰੇ ਦਾ ਸਾਰਾ ਪੈਸਾ ਮੇਰੇ ਕੋਲ 2 ਸਾਲਾਂ ਦੇ ਰਿਕਵਰ ਕਰ ਜਾਏਗਾ ਔਰ ਪਾਣੀ ਇਹਨਾਂ ਦਾ ਬਚਾਵਾਂਗੇ। And it is not saving for one time, it will yearly basis saving, see the impact. So I think this again Mr. Vashist and Mr. Till एक वाक्य नहीं लाया होगा जो मैंने जो इन्फॉर्मेशन गैदर हुई है, इन्होंने बहुत जबरदस्त काम किया। और आने वाले समय में अब हम मैक्रो इरीगेशन की गल करते हैं। लेटेस्ट टैक्नोलॉजी की इरीगेशन दी ड्रिप्स आ गई हैं जिहड़ियां आपां झोने च भी ला सकते हैं, जिहड़ियां पहला की हैड क्रिएट करना पैंदा सी, प्रेशर बिजली चाहिए, पंप चाहिए, प्रेशर चाहिए। अज प्रेशरलैस सिर्फ ग्रेविटी 5 फुट या 3 फुट उच्चा टैंक रखो, वो ऑटोमैटिकली वो उन्हें अच्छा वर्क करेगा जिन्ना प्रेशराइज करते सी, कि कॉस्ट पर एकड़ पर एनम या पर मंथ कट जाएगी। सो ये इस चीज के उत्ते सानूं जोर देने की लोड़ है विच वी विल इम्प्लीमेंट। अच्छा, ते अंडरग्राउंड पाइपलाइन इहनूं सानूं स्ट्रेंथन करना चाहिए ताकि वेस्टेज ऑफ वाटर ना होवे, खेतां पानी मिल सके। सोप पिट्स और रीचार्जिंग ऑफ ग्राउंड वाटर, कनाल वाटर जिहदा साडा कनाल वाटर है एट टाइम्स फ्री हुंदा, देयर आर नो टेकर्स, ਇਹੋ ਜਿਹਾ ਵੀ ਸਮੇਂ ਆਉਂਦਾ। ਔਰ ਇਸ ਨੂੰ ਅਸੀਂ ਗਰਾਊਂਡ 'ਚ ਕਿਵੇਂ ਰੀਚਾਰਜ ਕਰਨਾ, ਸੋਕਿੰਗ ਪਿਟਸ ਹੋਣੇ ਚਾਹੀਦੇ ਆ। ਇਹਦੇ ਤਾਈਂ ਕਿ ਸਾਡੇ ਕੋਲ ਬਹੁਤ ਅੱਛੀਆਂ ਡਰੇਨਸ ਆ ਵਿਚ ਆਰ ਨਾਟ ਪੋਲਿਊਟਡ, ਜਿੱਥੇ ਪਿੰਡਾਂ ਦਾ ਗੰਦਾ ਪਾਣੀ ਨਹੀਂ ਪੈਂਦਾ ਉਹਨਾਂ ਨੂੰ ਹੈਡ ਜਿੱਥੇ ਤਾਈਂ ਸਾਫ਼ ਹੋਵੇ, ਨਹਿਰ ਦੇ ਲਾਗੇ ਪੈਂਦਾ ਹੋਵੇ, ਜਿੱਥੇ ਤਾਈਂ ਸਾਫ਼ ਆ 2 ਕਿਲੋਮੀਟਰ 25 ਕਿਲੋਮੀਟਰ ਉਹਨੂੰ ਫੁੱਲ ਕਰਕੇ ਰੱਖੀਏ ਤਾਂ ਕਿ ਵਾਟਰ ਆਟੋਮੈਟਿਕਲੀ ਰੀਚਾਰਜ ਹੋਵੇ। ਸੋ ਇਹੋ ਜਿਹੀਆਂ ਸੁਜੈਸ਼ਨ ਸਾਡੀ ਕਮੇਟੀ ਨੇ ਦਿੱਤੀਆਂ। ਚੈੱਕ ਡੈਮਸ ਸਾਡੇ ਉੱਪਰ ਹੋਣੇ ਚਾਹੀਦੇ ਆ। ਸਾਡੇ ਜਿਹੜੇ ਚੋਆਂ ਦੇ ਵਿੱਚ ਪਾਣੀ ਛੱਡਿਆ ਜਾਣਾ ਚਾਹੀਦਾ ਹੌਲੀ ਹੌਲੀ ਕਰਕੇ, ਅਦਰਵਾਈਜ਼ ਤਾਂ ਫਲੱਡ 'ਚ ਉਹਦਾ ਵਿੱਚ ਚਲੀ ਜਾਂਦਾ। ਚੋਜ਼ ਵਰਕ ਨੈਚੁਰਲ ਸੋਰਸ ਆਫ ਰੀਚਾਰਜਿੰਗ ਜਿਹੜੇ ਡੇਢ ਪਏ ਆ, ਉਹਨਾਂ ਨੂੰ ਸਾਰੇ ਨੂੰ ਇਹ ਮਾਰਕ ਕਰਕੇ ਇਨਕਰੋਚਮੈਂਟ ਹਟਾ ਕੇ ਉਹਨਾਂ ਨੂੰ ਚਾਰਜਿੰਗ ਵਾਸਤੇ ਯੂਜ਼ ਕੀਤਾ ਜਾਵੇ। ਇਹ ਸਾਡੇ ਫੋਰਸ ਆ, ਇਹਨਾਂ ਦਾ ਪਾਣੀ ਅਸੀਂ ਉਹਨੂੰ ਪੱਕੇ ਕਰਕੇ ਤੇ ਆਪਾਂ ਉਹਨਾਂ ਦੇ ਇਨਵੈਸਟਮੈਂਟ ਨੂੰ ਸਾਈਨ ਲਿਜਾ ਕੇ ਉਹ ਪੌਂਡਸ ਨੂੰ ਸੈਗਰੀਗੇਟ ਕਰਕੇ ਤੇ ਫਿਰ ਆਪਾਂ ਉਹ ਇਰੀਗੇਸ਼ਨ ਇਸਤੇਮਾਲ ਕਰੀਏ। ਜਿਸ ਜਦ ਦੀ ਬਿਗਨਿੰਗ ਇਹਨੂੰ ਫਿਰ ਆਉਣ ਵਾਲੇ ਸਮੇਂ 'ਚ ਪਹਿਲਾਂ ਤਾਂ ਇਹ ਬਣਾਉਣਾ ਬੜਾ ਜ਼ਰੂਰੀ ਆ। ਔਰ ਦੇਰ ਆਰ ਟੂ ਸਕੂਲ ਆਫ ਥਾਟਸ, ਵਨ ਸੇਜ਼ ਮੇਰੇ ਅੱਗੇ ਤਾਂ ਕਹਿੰਦਾ ਮੈਂ ਐਮ ਆਫ ਦੀ ਸਕੂਲ ਆਫ ਥਾਟ ਦੀ ਥੱਲੇ ਪੱਕਾ ਹੋਣਾ ਚਾਹੀਦਾ, ਬਟ ਦੇਰ ਆਰ ਪੀਪਲ ਜਿਹੜੇ ਕਹਿੰਦੇ ਨਹੀਂ ਕੱਚਾ ਹੋਣਾ ਚਾਹੀਦਾ। ਪਹਿਲਾਂ ਵਾਟਰ ਰੀਚਾਰਜ ਹੁੰਦਾ ਸੀਗਾ, ਇਨੋਵੇਟਿਵ ਵਾਲਾ ਦੇ ਡੂ ਅ ਸਟੱਡੀ ਆਨ ਦਿਸ। ਬਟ ਮੈਂ ਕਹਿੰਦਾ ਕਿ ਅੱਜ ਸਾਰੇ ਦਾ ਸਾਰਾ ਜਿਹੜਾ ਪਾਣੀ ਆ ਉਹਦੇ 'ਚ ਸਾਰਾ ਜਿਹੜੀ ਵੇਸਟ ਆ ਘਰਾਂ ਦੀ ਟੋਇਲਟ ਦੀ ਸਾਰੀ ਜਾ ਰਹੀ ਹੈ ਛੱਪੜਾਂ ਤੋਂ ਡਿਪਲੇਟ ਕਰੇਗੀ, ਉਹਨਾਂ ਬਿਮਾਰੀਆਂ ਤੋਂ ਵਾਟਰ ਜਾਣਗੀਆਂ। ਸੋ ਦੇ ਆਰ ਮੇਕਿੰਗ ਅ ਸਟੱਡੀ ਐਂਡ then that will be finalized. अच्छा, एक बड़ा इम्पोर्टेंट गल है जी, ये सानू डिपेंड फॉर ड्रिंकिंग वाटर अंडरग्राउंड के उत्ते घट होना चाहिए। एंड मोर स्ट्रेस विल बी लेड
कि हाउ डू वी प्रोवाइड कैनाल वाटर फॉर ड्रिंकिंग। ਉਹਦੇ ਤੇ ਇਹ ਸਾਰੇ ਕੰਮ ਕਰਨਗੇ। ਇੰਟਰ ਡਿਪਾਰਟਮੈਂਟ ਕਮੇਟੀ ਜਿਹੜੀ ਵੱਖਰੇ ਵੱਖਰੇ ਡਿਪਾਰਟਮੈਂਟਸ ਆਪਣੀ ਆਪਣੀ ਕਮੇਟੀ ਇਹ ਕਮੇਟੀ ਬਣਾਉਣਗੇ ਤੇ ਉਹ ਕਮੇਟੀ ਟੈਸਟ ਕਰਾਏਗੀ ਕਿ ਹੈਡ ਤੇ ਪਾਣੀ ਦੇ ਕੀ ਪੈਰਾਮੀਟਰ ਸੀਗੇ, ਕੁਆਲਿਟੀ ਆਫ ਵਾਟਰ ਐਂਡ 100 ਕਿਲੋਮੀਟਰ ਬਾਅਦ ਕੀ ਆ, 150 ਕਿਲੋਮੀਟਰ ਬਾਅਦ ਕੀ ਆ, ਸੋ ਦੈਟ ਜਿੱਥੇ ਜਿੱਥੇ ਲੂਪ ਹੋ ਜਾਏ, ਜਿੱਥੋਂ ਪੋਲਿਊਸ਼ਨ ਕਈ ਦਫਾ ਕਨਾਲ 'ਚ ਵੀ ਹੋ ਜਾਂਦੀ ਹੈ, ਉਹਨਾਂ ਨੂੰ ਕਿਵੇਂ ਚੈੱਕ ਕਰਾਂ ਹਲੇ ਹੈ ਨਹੀਂ, ਲੇਕਿਨ ਟੂ ਬੀ ਪ੍ਰੀਟੀ ਸ਼ੋਰ so that safe drinking water is there, which should be provided to everyone in the state in time to come. जी बहुत सारी जमीन पई है और उन्होंने प्लांटेशन हर साल होती है, बट वो प्लांटेशन सैपलिंग जो होते हैं उसके बाद उन्होंने आवारा जानवर आवारा कई लोग डगर भी चलाते हैं तो वो खत्म हो जाते हैं। सो इन्होंने बाग वायर करके उन्होंने प्रिजर्व किया जाए ताकि फॉरेस्ट के अंडर साडा एरिया बन सके। एक असीं ये भी सुजैसट कर रहे हैं जिवें साडा बुढ़ा नाला ते तुमता इहो जिहियां साडीआं जिहड़ियां ड्रेन्स है जिहड़ियां बहुत पोल्यूटेड है, इन्हां नूं भारत सरकार की असिस्टेंस नाल इन्हां नूं साफ करने दा सानूं प्रोग्राम जरूर करना चाहिए, क्योंकि हरी के जाके सारे इकट्ठे हो जाते हैं। चलो अमृतसर का ग्राउंड वाटर टेबल तक खराब कर ही लिया, बट इट डजंट फॉल इनटू द गुड पाकिस्तान, बट व्हाई शुड इट गुड पाकिस्तान को साफ करके उसका प्रोग्राम सामने होना चाहिए। ये रिकमेंड सारी कमेटी ने किया। ए स्ट्रॉन्ग वाटर एंड सीवेज शुड बी सैपरेट। आज हो की गया पंजाब के कि स्ट्रॉन्ग वाटर और सीवेज वाटर इकट्ठा ही आ, हालांकि बड़ा औखा काम है, बड़े पैसे लगने हैं, लेकिन साढ़े दिमाग से होनी चाहिए कि इन टाइम टू कम वी हैव टू सैपरेट एंड सैपरेट दोनों का होवे तो कलेक्शन भी रीचार्जिंग भी हो सकती है। यहाँ जो एग्रीकल्चर में पढ़ाते हैं स्कूल्स कॉलेजेस इवन स्कूल्स एक सानू डेमो एजुकेट बच्चों को करना चाहिए राइट फ्रॉम द वेरी बिगिनिंग कि हाउ प्रेशियस दिस वाटर इज, यदि साफ संभालने की हो सकता है, चाहे ड्रिप इरीगेशन या स्प्रिंकलर इरीगेशन छोटे जे छोटे तो उन्होंने एजुकेट किया जाए कि ये जो पानी है ना स्कूल छोटा छोटा ही रहेगा और यूनिवर्सिटीज़ जगह जगह जितने भी उन्होंने दे शुड नॉट यूज टॉप वाटर विद पाइप या फ्लड इरीगेशन, तो सारा लेटेस्ट मोड ऑफ इरीगेशन नाम रखना चाहिए। कमेटी रिकमेंड्स दिस सो दैट whoever comes to the university उन्होंने हौसला मिलता कि आई हैव टू सेव वाटर कटिया जाता इवन डिस्ट्रीब्यूशन होनी पड़ती हूँ PSPCL को इन्होंने एक तरह वी हैव टू गिव द डिपार्टमेंट empower them and at the same time police should also be with them to get the law enforced like in PSPCL मिनट जुर्माना हो गया दे भी सारे जे डिपार्टमेंट इरीगेशन का ज़्यादा पूरी कुछ होता नहीं। सो टू ओवरकम ऑन दिस ए कमेटी ने रिकमेंड किया एंड 24/7 पानी मिलना चाहिए और मीटरिंग होनी चाहिए और वो पैसे भी लेने चाहिए। वो सरकार देखे कि लेने नहीं लेने किन्ने लेने। कमेटी रिकमेंड करती है कि जब तक किसी चीज़ का पैसा नहीं जाते देते ਉਹਦਾ ਗੁਣ ਨਹੀਂ ਸਾਨੂੰ ਪਤਾ ਲੱਗਦਾ। ਵੀ ਕੀਪ ਔਨ ਵੇਸਟਿੰਗ ਨਹੀਂ ਕਿਸ ਚੀਜ਼ ਦੀ ਮੀਟਿੰਗ ਹੈ ਵਾਟਰ डोमेस्टिक सप्लाई और डोमेस्टिक टू बिगिन विद और जितना भी पता होना चाहिए टाइम टू कम ये मेजरमेंट कभी बड़ी औखी है आज तो 5 साल 2 साल 10 साल बाद ये लोड़ है कि मीटरिंग हुए पता तो लगे कि कितना खिंच रहा पानी चढ़े पानी कितना साल का चाहे पीएनडी चाहे खेती चाहे इंडस्ट्री नहीं वी हैव टू सेव वाटर। एक कमेटी भी रिकमेंड करती कि 250 गज के प्लॉट नहीं चाहे रेजिडेंशियल हो घट्टो घट 250 तो ऊपर कि वाटर रिचार्जिंग शुड बी मेड मैंडेटरी नॉट ओनली मैंडेटरी इम्प्लीमेंटेशन होनी चाहिए विच इज नॉट देयर। एक
रेन वाटर हार्वेस्टिंग रेन 250 मीटर ਤੋਂ ਅੱਗੇ ਜਿਹੜਾ ਉਹਨਾਂ ਚ ਰੇਨ ਵਾਟਰ ਹਾਰਵੈਸਟਿੰਗ ਦਾ ਡਿਜ਼ਾਈਨ ਸਰਕਾਰ ਦੇਗੀ ਔਰ ਬਣਾਏਗਾ ਜਿਹੜਾ ਘਰ ਬਣਾਏਗਾ ਉਹ ਆਪਣਾ ਉਹ ਬਣਾਏਗਾ ਨਵੇਂ ਘਰ ਵੈਸੇ ਉਹ ਚ ਯਸ ਫੈਸਿੰਗ ਦਾ ਇੰਪਲੀਮੈਂਟੇਸ਼ਨ ਡੰਡੇ ਤੇ ਕਰਾਓ ਜੋ ਵੀ ਕਰਾਓ ਲੇਕਿਨ ਬਹੁਤ ਜ਼ਰੂਰੀ ਹੈ। ਚਲੋ ਇਲੈਕਸ਼ਨ ਬਹੁਤ ਲੱਗ ਗਿਆ ਡੰਡੇ ਦੀ ਗੱਲ ਨਹੀਂ ਕਰਦਾ ਅੱਛਾ ਜੋ ਫਿਊਵਲ ਜਿਹਦਾ ਦਿਲ ਕਰਦਾ ਜਿੱਥੇ ਦਿਲ ਕਰਦਾ ਉਹ ਕਿਲਾ ਕੀ ਪ੍ਰਾਈਵੇਟ ਹੈ ਕੀ ਸਰਕਾਰ ਹੈ ਕੀ ਸਰਕਾਰੀ ਅਦਾਰੇ ਹੈ ਇੱਕ ਐਗਜ਼ਾਮਪਲ ਤੁਹਾਨੂੰ ਲੋਕਲ ਸੈਲਫ ਗਵਰਨਮੈਂਟ ਦੀ ਦੇ ਰਿਹਾ ਸਾਡੇ ਜਿਹੜੇ ਟਿਊਬਲ ਨੇ ਜਾਂ ਡਰਿੰਕਿੰਗ ਵਾਟਰ ਦੀ ਕਿਤੇ ਵੀ ਫੈਸਿਲਿਟੀ ਆ ਲੋਕਲ ਸੈਲਫ ਗਵਰਨਮੈਂਟ ਫॉर श्योर ਮੈਂ ਭੁਗਤ ਹੋ ਗਈ ਹਾਂ 660 ਫੁੱਟ ਤੱਕ ਟਿਊਬਲ ਕਰਦੇ ਆ ਉੱਪਰ ਜਿਹੜਾ ਟਿਊਬਲ ਹੈ ਉਹਦੀ 12 ਇੰਚ ਦੀ ਪਾਈਪ ਹੁੰਦੀ ਹੈ ਹਾਂਜੀ 250 ਫੁੱਟ ਤੇ ਜਾ ਕੇ ਉਹ 8 ਇੰਚ ਦੀ ਰਹਿ ਜਾਂਦੀ ਹੈ ਉਹ ਅੱਗੇ ਰਿਡਿਊਸਰ ਲਾ ਕੇ ਤੇ ਪਾਈਪ ਛੋੜਾ ਪਾਉਂਦੇ ਡਿਜ਼ਾਈਨ ਹੈ ਉਹਦੇ 'ਚ ਜੇ ਮੈਂ 6 ਇੰਚ ਦੀ ਮੋਟਰ ਪਾਉਣੀ ਹੋਵੇ ਪੈਂਦੀ ਨਹੀਂ 5 ਇੰਚ ਦੀ ਪਾਉਣੀ ਹੋਵੇ ਪੈਂਦੀ ਨਹੀਂ ਤੇ 6.5 ਫੁੱਟ ਤੇ ਬੋਰ ਕਿਉਂ ਕੀਤਾ 650 ਫੁੱਟ ਤਾਈਂ ਬੋਰ ਕਿਉਂ ਕੀਤਾ ਅਸੀਂ ਧਰਤੀ ਵੀ ਪਾੜ ਦਿੱਤੀ ਹਾਂਜੀ ਔਰ ਅਸੀਂ ਉਹਦਾ ਫਾਇਦਾ ਨਹੀਂ ਚੈੱਕ ਕਰ ਦਿੱਤਾ ਹਾਂ ਸਾਡਾ ਜਦ ਜੋ ਮੇਰੇ ਹੁਣ ਕਬੂਤਰ ਦੇ ਇੱਕ ਕਰਕੇ ਉਹ ਸਾਰੇ ਫੇਲ ਹੋ ਗਏ 40 ਬੋਰ ਨੇ ਹੁਣ 40 ਬੋਰ ਇੱਕ ਬੋਰ 25 ਲੱਖ ਰੁਪਏ ਤੋਂ ਘੱਟ ਨਹੀਂ ਜਾਂਦਾ ਤਾਂ 10 ਕਰੋੜ ਦੇ ਬੋਰ ਹੋ ਗਏ ਹੁਣ ਨਵੇਂ 10 ਕਰੋੜ ਦੇ ਬੋਰ ਲਓ ਜੇ ਉਹੀ ਪਾਈਪ ਹੁਣ ਨਵੇਂ ਅੱਜ ਮੈਂ ਪਰਮਿਸ਼ਨ ਲੈ ਲਈ ਆ ਇਸੇ ਤਰ੍ਹਾਂ ਸਾਰਿਆਂ ਦੀ ਪ੍ਰੋਬਲਮਸ ਨੇ ਉਹ ਸਾਰੇ ਉਹਨਾਂ ਦੇ ਨਤੀਜੇ ਤੇ ਨਹੀਂ ਪਹੁੰਚਾਂਗੇ ਉਹਨੂੰ ਰੀਡਿਜ਼ਾਈਨ ਕਰੇ ਸਰਕਾਰ ਮੈਂਡੇਟਰੀ ਕਰੇ ਕਿ ਇਸ ਜ਼ੋਨ ਦੇ ਵਿੱਚ ਇਸ ਬਲਾਕ ਦੇ ਵਿੱਚ ਇੰਨੇ ਫੁੱਟ ਤਾਈਂ ਤੁਸੀਂ ਬੋਰ ਕਰ ਸਕਦੇ ਹੋ ਕੁਆਲਿਟੀ ਬੋਰ ਦੀ ਆ ਹੋਣੀ ਚਾਹੀਦੀ ਆ ਸਰਕਾਰੀ ਚ ਵੀ ਕਿਸਾਨਾਂ ਨੂੰ ਵੀ ਐਜੂਕੇਟ ਕਰੇ ਕਿ ਤੁਹਾਨੂੰ ਇਹਦੇ ਉੱਪਰ ਬੋਰ ਕਰਨ ਦੀ ਲੋੜ ਨਹੀਂ ਧਰਤੀ ਨੂੰ ਪਾਣੀ ਉੱਪਰ ਜਾਣੇ 500 ਫੁੱਟ ਤੇ 600 ਫੁੱਟ ਦਾ ਪਾਣੀ ਖਤਮ ਕਰਨ ਦੇ ਬਾਅਦ ਅਸੀਂ ਕਿੱਥੇ ਜਾਵਾਂਗੇ ਫਿਰ 1200 ਤੇ ਬਟ ਜਿੰਨਾ ਡੂੰਘਾ ਜਾਵਾਂਗੇ ਅੱਜ 6000 500 ਜਾਂ 6000 600 ਕਰੋੜ ਰੁਪਇਆ ਐਗਰੀਕਲਚਰ ਏਜੀ ਸਬਸਿਡੀ ਆ ਐਗਰੀਕਲਚਰ ਸੈਕਟਰ ਨੂੰ ਇਹ ਜਦੋਂ ਅਸੀਂ ਗਹਿਰਾ ਜਾਵਾਂਗੇ ਤੇ ਪਾਣੀ ਕੱਢਣ ਵਾਸਤੇ ਸਾਨੂੰ ਹਾਰਸ ਪਾਵਰ ਵੱਧ ਚਾਹੀਦੀ ਹੋਗੀ ਔਰ ਜਦੋਂ ਅਸੀਂ 400-500 ਫੁੱਟ ਤੇ ਚਲੇ ਗਏ ਜਿਹੜੀ ਅੱਜ ਬਿਜਲੀ ਦੀ ਮੋਟਰ 40 ਦੀ ਹੋਏਗੀ ਇਹਦਾ ਮਤਲਬ 7000 ਕਰੋੜ ਵਾਲਾ 14000 ਕਰੋੜ ਬਿੱਲ ਹੋਊਗਾ ਇਹ ਕੱਤੇ ਹੀ ਹੋ ਸਕਦਾ ਸੋ ਵੀ ਹੈਵ ਟੂ ਮਿਨੀਮਾਈਜ਼ ਆਲ ਥੀਸ ਫੈਕਟਰਸ appropriate planning of government projects, future demand, use of GIS, AutoCAD for laying of underground network. ਹੁਣ ਹੋ ਕੀ ਰਿਹਾ ਕਿ ਕਿਤੇ ਵੀ ਪਾਣੀ ਦੀ ਪਾਈਪਲਾਈਨ ਬਣਦੀ ਹੈ ਕੋਈ GIS ਕੋਈ ਡਰਾਇੰਗ ਨਹੀਂ ਕੋਈ ਜ਼ਰੂਰੀ ਨਹੀਂ ਸਿੱਧਾ ਜਾ ਰਿਹਾ ਟੇਢਾ ਮੇਢਾ ਜਿੱਦਾਂ ਦੀ ਮਰਜ਼ੀ ਪਾ ਦੇਣਾ ਹੁਣ ਰੋਡ ਕੰਸਟਰਕਸ਼ਨ ਵਾਲਾ ਹੁੰਦਾ ਤਾਂ ਹੀ ਵਿਲ ਡਿਗ ਅਪ ਉਹ ਸਾਰੀ ਸੜਕ ਪੜ ਦੇਗਾ ਉਹਦੇ ਤੇ ਫਿਰ ਪਾਈਪ ਨੂੰ ਰਿਪੇਅਰ ਕਰਾਂਗੇ ਫਿਰ ਰੋਡ ਬਣਾਵਾਂਗੇ ਆ ਹੁਣ ਇਹ ਪ੍ਰੋਬਲਮ ਸਾਡੀ ਨਾ ਕੇਵਲ ਪਿੰਡਾਂ ਦੀ ਜਾਂ ਕਨਾਲ ਵਾਟਰ ਦੀ ਆ ਬਲਕਿ ਇਹ ਪ੍ਰੋਬਲਮ ਸਾਡੀ ਸ਼ਹਿਰਾਂ ਦੇ ਵਿੱਚ ਵੀ ਆ ਕਿ ਲੇਇੰਗ ਆਫ ਸੀਵਰੇਜ ਹੈਜ਼ ਨੋ ਡਰਾਇੰਗਸ ਸੀਵਰੇਜ ਦੀ ਕੋਈ ਡਰਾਇੰਗ ਨਹੀਂ ਪਾਣੀ ਵਾਲੀ ਕੋਈ ਕੈਟ ਦੀ ਡਰਾਇੰਗ ਨਹੀਂ ਹੁਣ ਇੱਕ ਗੈਸ ਵਾਲੇ ਆ ਗਿਆ ਉਹ ਗੈਸ ਵਾਲਿਆਂ ਨੇ ਪੱਟਦੇ ਨੂੰ ਪਹਿਲਾਂ ਕੇਬਲ ਵਾਲੇ ਪੱਟ ਗਏ ਉਹਨਾਂ ਨੇ ਪਾਣੀ ਔਰ ਸੀਵਰੇਜ ਦੋਨੋਂ ਇਕੱਠਾ ਮਿਕਸ ਕਰ ਦਿੱਤਾ ਅੰਡਰਗਰਾਉਂਡ ਪਾ ਕੇ ਡ੍ਰਿਲਿੰਗ ਪਤਾ ਵੀ ਨਹੀਂ ਲੱਗ ਰਿਹਾ ਬਿਮਾਰੀਆਂ ਵੱਧ ਰਹੀਆਂ ਸੋ ਇਹ ਸਾਰੀਆਂ ਚੀਜ਼ਾਂ ਦੀ ਕੈਟ ਦੀ ਬੜੀ ਲੋੜ ਹੈ ਜਿੱਥੇ ਨਵਾਂ ਕੰਮ ਹੋਵੇਗਾ ਫਿਰ ਇੰਪਰੂਵ ਹੈ ਪੁਰਾਣੇ ਨਾਲ ਨਹੀਂ ਕਰ ਸਕਦੇ ਇਹ ਰੀਲੇ ਜਦੋਂ ਹੋਣਾ ਤੇ ਹੋਣਾ ਚਾਹੀਦਾ ਇਹ ਵਿਲ ਬੀ ਯੂਸਫੁਲ ਇੱਕ ਨਾ ਜੀ ਪ੍ਰੋਬਲਮ ਪੰਜਾਬ 'ਚ ਕੀ ਹੈ ਜਦੋਂ ਮੇਰਾ ਬਣੀਆਂ ਜਿੱਥੇ ਬਣੀਆਂ ਉਦਾਂ ਹੀ ਕਰਕੇ ਆਪਾਂ ਸਾਰਾ ਕਰ ਦਿੱਤਾ ਇਕੁਅਲ ਡਿਸਟ੍ਰੀਬਿਊਸ਼ਨ ਆਫ ਵਾਟਰ ਕਨਾਲ ਵਾਟਰ ਆਪਣਾ ਇੰਪੋਰਟੈਂਟ ਹੈ ਜੀ ਇਕੁਅਲ ਡਿਸਟ੍ਰੀਬਿਊਸ਼ਨ ਆਫ ਕਨਾਲ ਵਾਟਰ ਏਰੀਆ ਵਾਈਜ਼ ਮਾਝੇ ਦੀ ਜ਼ਮੀਨ ਕਿੰਨੀ ਆ ਦੁਆਬੇ ਦੀ ਜ਼ਮੀਨ ਕਿੰਨੀ ਆ ਮਾਲਵੇ ਦੀ ਜ਼ਮੀਨ ਕਿੰਨੀ ਆ ਉਹਨੂੰ ਨਹਿਰੀ ਪਾਣੀ ਕਿੰਨਾ ਮਿਲਦਾ ਉਹਦੇ ਕੋਲ ਟਿਊਬਲ ਕਿੰਨੇ ਨੇ ਸਾਡੇ ਕੋਲ ਇੱਧਰ ਇਹਨਾਂ ਏਰੀਆ 'ਚ ਟਿਊਬਲ ਕਿੰਨੇ ਨੇ ਕੋਈ ਰੈਸ਼ਨਲਾਈਜੇਸ਼ਨ ਤਾਂ ਕਰਨੀ ਚਾਹੀਦੀ ਹੈ ਨਾ ਜੀ ਸੋ ਸਾਡੀ ਕਮੇਟੀ ਨੇ ਵੀ ਰਿਕਮੈਂਡ ਕੀਤਾ ਕਿ ਰੈਸ਼ਨਲਾਈਜੇਸ਼ਨ ਜਿਹੜੇ ਸਾਈਜ਼ ਆ ਉਹ ਵੀ ਪੂਰੇ ਹੋਣੇ ਚਾਹੀਦੇ ਆ ਇਹ ਪਾਣੀ ਦੀ ਇਕੁਅਲ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ
ਉਹਦੇ ਤੇ ਮੈਂ ਆ ਰਿਹਾ ਲੰਬੀ ਖਾਦੀ ਹੁਣ ਇਹ ਚੰਗਾ ਨਹੀਂ ਲੱਗਦਾ ਹਾਊਸ ਕਮੇਟੀ ਦੇ ਚੰਗਾ ਨਹੀਂ ਲੱਗਦਾ ਇਹਦੇ ਤੇ ਵੀ ਅਸੀਂ ਇਹ ਦੇਖਿਆ ਕਿ ਜਿਹੜਾ ਅੰਡਰਗਰਾਉਂਡ ਵਾਟਰ ਪਾਈਪਲਾਈਨ ਦੇ ਕਰੀਬ 100 ਕਰੋੜ ਜਾਂ ਕਰੋੜ 200 ਕਰੋੜ ਜਦੋਂ ਆਉਂਦਾ ਉਹ ਸਾਰਾ ਦੋ ਜ਼ਿਲ੍ਹਿਆਂ 'ਚ ਲੱਗ ਜਾਂਦਾ ਤੇ ਕੀ ਬਾਕੀ ਦੇ ਪੰਜਾਬ ਨੂੰ ਨਹੀਂ ਲੋੜ ਇਕੁਅਲ ਡਿਸਟ੍ਰੀਬਿਊਸ਼ਨ ਆਫ ਵਾਟਐਵਰ ਜੇ ਪਾਈਪ ਆ ਰਿਹਾ ਤਾਂ ਸਾਰੇ ਪੰਜਾਬ 'ਚ ਵੰਡੇ ਜਾਣੇ ਚਾਹੀਦੇ ਆ not in 2 districts. So we have recommended that. And I think justification justified that one. गाने की हो गया बेइज्जती हो गया ਹੁਣ ਗੱਲ ਇਹ ਕਿ ਮਾਰਵੇ ਦੇ ਵਿੱਚ ਸ਼ੇਮ ਹੋਣੀ ਨਹੀਂ ਚਾਹੀਦੀ ਇਹ ਕਿਉਂ ਆ ਰਹੀ ਹੈ ਬਿਕੋਜ਼ ਆਫ ਐਕਸੈਸਿਵ ਵਾਟਰ ਪਾਣੀ ਪਾਈ ਜਾਣੇ ਥੱਲੇ ਪ੍ਰੈਸ਼ਰ ਆਈ ਜਾਣਾ ਤੁਹਾਨੂੰ ਪਾਣੀ ਆ ਮਿਲ ਰਿਹਾ ਚਲੋ ਅਵੇਅਰਨੈਸ ਕੰਪੇਨ ਅੱਛਾ ਇੱਕ ਹੋ ਕੀ ਰਿਹਾ ਕਿ ਸਿਵੇਜ STPs ਜਿਹੜੇ ਸੀ ਲਾਏ ਅੱਜ ਤੋਂ ਪਹਿਲਾਂ ਉਹ 15 ਸਾਲ ਪਹਿਲਾਂ ਉਹ ਡਿਜ਼ਾਈਨ ਹੋਈ ਸੀ NGT ਨੇ ਕਿਹਾ ਫਲਾਣੇ ਨੇ ਕਿਹਾ ਉਹ ਸਾਰੇ ਹੋ ਗਏ ਉਹਦੇ 2 ਸਾਲ ਹੋ ਗਏ ਕਿ ਹਾਲੇ ਵੀ ਉਹ 15 ਸਾਲ ਇੱਕ ਪਲਾਨ ਸਾਡੀ ਕੰਪਲੀਟ ਨਹੀਂ ਹੋਈ ਸੋ ਦੀ ਕਮੇਟੀ ਰეკਮੈਂਡਸ ਕਿ 15 ਸਾਲ ਦੀ ਪਲਾਨ ਨਹੀਂ ਹੋਣੀ ਚਾਹੀਦੀ 25 ਸਾਲ 50 ਸਾਲ ਦੇ ਟਾਰਗੇਟ ਹੋਣੇ ਚਾਹੀਦੇ ਆ ਸੋ ਦੈਟ ਯੂ ਅਚੀਵ ਇਟ ਇਹ ਤਾਂ ਵਿਸ਼ੇ ਸੀ ਗੱਲਾਂ ਬਣੇ ਛੋਟੇ ਰਹਾਂਗੇ 15 ਸਾਲਾਂ ਦਾ ਟਾਰਗੇਟ ਹੀ ਅਚੀਵ ਨਹੀਂ ਕੀਤਾ ਨਹੀਂ 2 ਸਾਲ ਰਹਿ ਗਏ ਪਲਾਨ ਪੂਰੇ ਹੋਣ ਨੂੰ 2 ਸਾਲ ਹੀ ਇਹਦਾ ਪਲਾਨ ਪੂਰੇ ਹੋਣ ਹੈ 2025 ਜੋ ਪਲਾਨ ਉਹਦੀ ਲਾਈਫ ਖਤਮ ਹੋ ਜਾਣੀ ਹੈ ਹੁਣ ਆਉਣ ਵਾਲੇ ਸਮੇਂ ਵਿੱਚ 25 ਔਰ 50 ਸਾਲ ਦੇ ਪਲਾਨ ਹੋਣੇ ਚਾਹੀਦੇ 50 ਸਾਲ ਦਾ ਹੋਵੇ 25 ਐਂਡ 50 ਦੋਨੋਂ ਇਕੱਠਾ ਸਮੇਟ ਹੋਵੇ ਕਿ ਸਾਡੀ ਪੋਪੂਲੇਸ਼ਨ ਕਿੱਥੇ ਕਿੰਨੀ ਵਧੂਗੀ ਔਰ ਸਾਨੂੰ STP ਕਿੱਡਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਪਲਾਨ ਦੇ ਵਿੱਚ 15 ਸਾਲ 5 ਸਾਲ ਦੇ ਪਲਾਨ ਤੇ ਗ੍ਰੀਵੈਂਸ ਜਿੱਦਾਂ ਵਾਟਰ ਐਂਡ ਸੀਵੇਜ ਡਿਪਾਰਟਮੈਂਟ ਨੇ ਗ੍ਰੀਵੈਂਸ ਸੈੱਲ ਬਣਾਇਆ ਉਹਦੇ 'ਚ ਕੁਝ ਬੰਦੇ ਉਹਨਾਂ ਨੇ ਰੱਖੇ ਨੇ ਤੇ ਉਹ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਰੱਖੇ ਕਿ ਇਹ ਪੋਰਟਲ ਵੀ ਹੈਗਾ ਐਂਡ ਜਿਹਨੇ ਬੰਦੇ ਰੱਖੇ ਆ they're not enough to cater to the demand or to address the grievances of the entire Punjab so ਉਹਦੇ ਤੇ ਵੀ ਕਮੇਟੀ ਕਹਿੰਦੀ ਸੋਚ ਕੇ ਸਟੱਡੀ ਕਰਕੇ ਇਸਨੂੰ ਰੀਸਟਰਕਚਰ ਕਰੋ ਕਿ ਜ਼ੋਨ ਵਾਈਜ਼ ਹੋਏਗਾ ਮਹੱਲੇ ਵਾਈਜ਼ ਹੋਏਗਾ ਪੰਜਾਬ ਮਹੱਲਾ ਵਾਈਜ਼ ਸ਼ਹਿਰ ਵਾਈਜ਼ ਹੋਏਗਾ ਪੰਜਾਬ ਵਾਈਜ਼ ਹੋਏਗਾ ਬੜਾਓ ਇੱਕ ਪ੍ਰੋਗਰਾਮ ਜਿਹੜਾ ਵਾਕੇਬਲ ਹੋਵੇ ਜਿਹੜਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕੇ ਇੱਕ ਕਮੇਟੀ ਨੇ ਵੀ ਐਟ ਦੀ ਐਂਡ ਰਿਕਮੈਂਡ ਕੀਤਾ ਕਿ ਇੱਕ ਏਪੈਕਸ ਬੋਡੀ ਬਣੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਉਹਦੇ ਵਿੱਚ ਬੈਠੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਇਹ ਮੋਨੀਟਰਿੰਗ ਪਾਣੀ ਦੀ ਪਾਣੀ ਮੈਨੇਜਮੈਂਟ ਦੀ ਕੰਜ਼ਰਵੇਸ਼ਨ ਦੀ ਇਹ ਪੀਰੀਅਡਿਕਲੀ ਹੁੰਦੀ ਜਾਵੇ ਇਹ ਨਹੀਂ ਇੱਕ ਵਾਰ ਗੱਲ ਹੋ ਗਈ ਤੇ ਪਾਣੀ ਦਾ ਅਸੀਂ ਸਾਰੇ ਬੈਠ ਕੇ ਚੱਕ ਲਈ ਪੀਰੀਅਡਿਕਲੀ ਚਾਹੇ ਉਹ 3 ਮਹੀਨਿਆਂ ਬਾਅਦ ਹੋ ਗਏ 6 ਮਹੀਨਿਆਂ ਬਾਅਦ ਹੋ ਗਏ ਇਹ ਇਹਦੇ ਤੇ ਵਿਚਾਰ ਕਰਕੇ ਇੱਕ ਬੋਡੀ ਮੋਨੀਟਰਿੰਗ ਦੀ ਜਾਂ ਤੇ ਪਾਣੀ all waters it includes rain water recharge water underground water and canal water and sewage water ये नई चीज ऐड कर रहे हैं जी sewage water this sewage water we have to manage that use it make it usable ये सारी रिपोर्ट in brief ये जो स्पीकर साहब मैं नहीं कहता कि ये रिपोर्ट अल्टीमेट है बट ये इंप्रूवमेंट का स्कोप है बड़े बड़े माहिर बड़े बड़े एक्सपर्ट होंगे जो फर्दर we tried and I am grateful to my committee members और सरदार प्रताप सिंह जना हरदेव सिंह जी शेरवाड़िया डॉक्टर राजकुमार चबिया मीत है सरदार प्रताप सिंह बड़ाला everyone contributed to their maximum what they could department राणा साहब इजराइल ने नाम का वो मास्टर प्लान क्या कहता है उन्होंने सबमिट किया था से कोई चीज नहीं उन्होंने ਅਸੀਂ ਕੰਮ ਦਿੱਤਾ ਕਿ ਸਾਡੇ ਕੋਲ ਸਟੱਡੀ ਕਰੋ ਕਿ ਸਾਡੀਆਂ ਰਿਸੋਰਸਸ ਕੀ ਨੇ ਰਿਸੋਰਸਸ ਵੀ ਕਈ ਕਿਸਮ ਦੀਆਂ ਰਿਸੋਰਸ 1 ਇਜ਼ ਕਨਾਲ
ਇਰੀਗੇਸ਼ਨ ਡਿਪਾਰਟਮੈਂਟ ਦਾ ਕਨਾਲ ਵਾਟਰ। ਦੂਜਾ ਸਾਡਾ ਗਰਾਊਂਡ ਵਾਟਰ ਵਿਚ ਇਜ਼ ਡਿਪਲੀਟਿੰਗ ਵੈਰੀ ਫਾਸਟ ਉਹ ਆ। ਤੀਜਾ ਕਿ ਇਹਨੂੰ ਰੀਚਾਰਜ ਕਿਵੇਂ ਕਰਦੇ ਆ। ਰੀਚਾਰਜ ਜਿਹੜਾ ਹੋਵੇ ਨਾ, ਚਾਹੇ ਜਿੰਨਾ ਅਸੀਂ ਪਾਣੀ ਧਰਤੀ ਨੂੰ ਵੀ ਖਿੱਚਦੇ ਆ ਨਾ, ਉਹ ਵੀ ਆਪਣਾ ਕੁਛ ਤਾਂ ਐਵੈਪੋਰੇਟ ਹੋ ਜਾਂਦਾ, ਕੁਛ ਥੱਲੇ ਜਾਂਦਾ। ਥੱਲੇ ਕਿੰਨਾ ਜਾਂਦਾ, ਕਿਵੇਂ ਰੁਕ ਸਕਦਾ, ਕਿਵੇਂ ਹੋਰ ਜਗ੍ਹਾ ਰੀਚਾਰਜ ਕਰ ਸਕਦੇ ਆ, ਵੇਸਟੇਜ ਕਿਵੇਂ ਬਚਾ ਸਕਦੇ ਆ। ਲੇਟੈਸਟ ਸਾਡੇ ਜਿਹੜੇ ਨੈਚੁਰਲ ਚੋਜ਼ ਆ ਉਹ ਦੇ ਵਰਕਿੰਗ ਆਨ ਐਵਰੀਥਿੰਗ ਕਿ ਨਹਿਰ 'ਚ ਪਾਣੀ ਇੱਥੋਂ ਇੰਨਾ ਪਾਇਆ ਨਿਕਲਿਆ ਕਿੰਨਾ। ਹਾਲਾਂਕਿ ਇਹ ਸਾਰਾ ਕੁਛ ਜੋ ਅੱਜ ਮੈਕਰੋਟ ਕਰ ਰਹੇ ਨਾ, ਮੈਕਰੋਟ ਐਜ਼ ਏ ਕੰਪਨੀ ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਇਜ਼ਰਾਈਲ 'ਚ established हुई। 70% of the water of Israel they are managing, whether it is sea water converted into salinity खत्म करके drinking water बनाऊंगा, चाहे सीवेज को ट्रीट करके साफ पानी बनाऊंगा, चाहे अंडरग्राउंड वाटर हो गए, चाहे उन्होंने एक लेक है लेक चो पानी, चाहे रेन वाटर है, वो सारे को मैनेज करते हैं एंड दे चार्ज। कि चार्जिंग वाली गल है एक्सरसाइज आप हरे नहीं कर सकते क्योंकि पहले तो मैंटली लोगों को प्रिपेयर करिए कि पानी है कि ना। तो उन्होंने रिपोर्ट सबमिट कर दी है जी। ਅਸੀਂ ਰਿਪੋਰਟਸ ਉਹਨਾਂ ਦੀਆਂ ਰਿਪੋਰਟਸ ਕਿੰਨੀਆਂ ਚਾਰ रिपोर्ट्स आई हाँ है। जी। ਉਹਦੇ ਵਿੱਚ ਬੇਸਿਕਲੀ ਹਜੇ ਤਾਂ ਆਪਣੇ ਕੋਲ ਅਵੇਲੇਬਲ ਵਾਟਰ ਰਿਸੋਰਸਸ ਕੀ ਨੇ ਅੱਛਾ। ਉਹ ਆਈਆਂ ਨੇ, ਜਿਹੜੀਆਂ ਮੇਨ ਤੋਂ ਆਈ ਤੇ 6 ਆਉਣਗੀਆਂ ਜਿਹਦੇ ਵਿੱਚ ਐਕਸ਼ਨ ਪਲਾਨ ਹੋਣਗੇ ਉਹ ਹਜੇ ਸਬਮਿਟ ਹੋਣਗੇ। 5 ਤੇ 6 ਨੰਬਰ ਰਿਪੋर्ट ਹਜੇ ਸਬਮਿਟ ਹੋਣੀ ਹੈ। Submit ਹੋਣੀ ਹੈ। ਪਹਿਲੀਆਂ 4 ਸਬਮਿਟ ਹੋ ਚਾਰ ਗਈਆਂ। ਹੋ ਗਈਆਂ। ਅਸੀਂ ਟੋਟਲ ਕੀ ਦੇ ਰਹੇ ਹਾਂ ਉਹਨਾਂ ਨੂੰ ਮਨੀ, ਮਤਲਬ ਕੀ ਤੁਸੀਂ ਕਹਿ ਰਹੇ ਹੋ ਨਾ ਕਮਰਸ਼ੀਅਲ ਹੈ, ਕੀ ਪੈਸਾ ਖਰਚ ਕਰ ਰਹੇ ਹਾਂ ਅਸੀਂ। ਹਾਂਜੀ ਢਿੱਲੋਂ ਸਾਹਿਬ ਕਿੰਨੇ ਪੈਸੇ ਦੇ ਰਹੇ ਹਾਂ ਅਸੀਂ? नॉट मैंने वाटर रिसोर्सेज डिपार्टमेंट मैं बताता नहीं अंदाजन तो जगह पे 2-4 करोड़। ना 2-4 की बात है। अच्छा मैं भी एग्जैक्ट नहीं एग्जैक्ट मेरे को फिगर नहीं है बट 10 या 20 लगा ਕੁਝ ਡੈਡਲਾਈਨ ਵੀ ਹੈਗੀ ਹੈ ਜੀ नो नो ਇੱਕ ਰਾਣਾ ਸਾਹਿਬ ਰਾਣਾ ਜੀ, ਇਹਦੀ ਡੈਡਲਾਈਨ ਵੀ ਹੈਗੀ ਹੈ ਕੁਝ, ਜਿਵੇਂ ਆਪਾਂ ਪੇ ਵੀ ਕਰ ਰਹੇ ਹੈਗੇ ਜਾਂ ਰਿਪੋਰਟਸ ਵੀ? क्योंकि ऑलरेडी ਅਸੀਂ ਵੇਟ ਕਰ ਰਹੇ ਹਾਂ। एडा जबरदस्त काम है। कल्ले कल्ले रजवाए दा कल्ले कल्ले इलाके ਦਾ ਉਹਨਾਂ ਦਾ ਸਾਰਾ ਡਾਟਾ ਇਕੱਠਾ ਕਰਕੇ ਉਹਨੂੰ ਕੰਪਾਈਲ ਕਰਕੇ ਫਿਰ ਉਹਨੂੰ ਆਪਣਾ ਕੰਸਲਟੈਂਟਸ ਨਾਲ ਕੰਸਲਟ ਕਰਕੇ ਉਹ ਸ਼ੁਰੂ ਆਪਾਂ ਕੀਤਾ ਸੀ। ਮੇਰੇ ਖਿਆਲ ਨਾਲ ਮਹਾਰਾਸ਼ਟਰ ਗੋਆ ਵੀ ਕਰ ਰਿਹਾ। नहीं राणा जी, इसलिए ये गल इंपॉर्टेंट है कि असं पैसा जो दिता तो 6 महीने से गया था, इन्होंने रिपोर्ट स्टडी करके तुम दे दी प्रीलिमिनरी रिपोर्ट। ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿ 6 ਮਹੀਨੇ ਕਿਹਾ ਜਾਂ ਟਰਮਸ ਆਫ ਰੈਫਰੈਂਸ ਆਫ ਦੀ ਐਗਰੀਮੈਂਟ Few questions. ਇਹ ਨਾ ਤੁਸੀਂ ਇਰੀਗੇਸ਼ਨ ਮਿਨਿਸਟਰ ਤੋਂ ਪੁੱਛੋ। Sir, I have 3-4 questions. I have 3-4 questions. So, should I save my questions? Number one. Number one, sir. So, a lot of work that the committee has done now with regards to the depleting groundwater. Was it not also the mandate of the, the water board that was set up by the state government? I think they are also working on that. They are. They are. Okay. Number two, has the committee given any recommendations on stopping the tubewell connections? Because that's a major source of extraction of groundwater. That decision the government has already taken. Since last 4.5 years, we have not given a single connection. So with political, there are a lot of... It will depend upon the chief minister. Is he interested in saving water or not? This chief minister is interested in saving water. He is not given one connection. एक भी connection नहीं देता क्या? ਇੱਕ ਰਾਣਾ So, मेरे 2 questions पूछूं? शायद हाँ, sir, दिए हुए I am not. So my next question is that has this committee given any recommendations on preventing pollution of groundwater, because ultimately जितना हमारा arsenic content है, it is leading to a lot of health complications. On the groundwater Pollution. pollution. हाँ. इस पे कुछ recommendations आपने दिए हैं? See, the thing is, I have already said that we have recommended the usage of water of the sewage. Treated, it will be treated by the local self government, then handed over to the irrigation
the water resource. I'm talking about arsenic level जो बहुत ज़्यादा है. Arsenic levels ਦੇ ਉੱਤੇ ਇਹਦੇ ਚ ਮੇਰੀ ਕੋਈ कोई report report नहीं. It is about the level of the water. ठीक है. Quality जो है वो है. We've not done a study on that. We've not called anyone. And yeah, so my last. When we talk about arsenic water, the question is has been applied earlier. We have recommended you giving drinking water through canal to everyone. Right, right. So the last question, what about ये जो reverse osmosis technique लगाई गई थी कई जगहों पे, उस पे भी कुछ recommendations दिए हैं because that is also leading to a lot of You are right. issues. That was the need of the hour. It was recommended by people, and there was a craze all over. We RO loading, and जितना RO लाए ने, ये रोड से देखो we are leaving all the heavy metals into Udanala, into Harike, and the guy sitting in whichever area gets that water. He has to separate it somehow or the other. ਉਹਦਾ ਜਿਹੜਾ ਪਾਣੀ ਹੈ ਉਹ ਇਸ polluted, but drinking ਦਾ ਸੇਫ ਹੋਗੀ ਕਿ ਨਹੀਂ human being ਲਈ? ਰਾਣਾ ਜੀ ਜਿਹੜੀ ਤੁਸੀਂ ਜ਼ੋਨਿੰਗ ਦੀ ਗੱਲ ਕੀਤੀ ਐਗਰੀਕਲਚਰ ਜ਼ੋਨਿੰਗ ਦੀ ਉਹਦੇ ਬਾਰੇ ਥੋੜਾ ਜਿਹਾ ਇਲੈਬੋਰੇਟ ਕਰੋਗੇ? ਦੇਖੋ ਜੀ ਜ਼ੋਨਿੰਗ ਦੇ ਬਾਰੇ ਇਹ ਰਿਪੋਰਟ ਬਣਨੀ ਚਾਹੀਦੀ ਆ ਕਿ ਮੰਨ ਲਓ ਹੁਣ ਹੁਸ਼ਿਆਰਪੁਰ ਦਾ ਏਰੀਆ ਉੱਥੇ ਪਾਣੀ ਦੀ ਸਕੈਰਸਿਟੀ ਆ ਤੇ ਉਹਦੇ ਝੋਨਾ ਕਿਉਂ ਬੀਜਿਆ ਜਾਵੇ? ਕੰਢੀ ਵਿੱਚ ਹੁਣ ਹੁਸ਼ਿਆਰਪੁਰ ਕੰਢੀ ਵਿੱਚ ਉੱਥੇ ਔਰਚਰਡਸ ਲੱਗਣਾ ਵਾ, ਔਰਚਰਡਸ ਨੂੰ ਅਸੀਂ ਕਿਵੇਂ ਇੱਕ ਵੱਖਰੀ ਕਮੇਟੀ ਆ ਉਹਦੇ ਤੇ ਵੀ ਕੰਮ ਕਰ ਰਹੇ ਆ। ਉਹ ਜੇ ਬਠਿੰਡਾ ਉਸ ਇਲਾਕਾ ਜਿੱਥੇ ਕਪਾਹ ਹੁੰਦੀ ਸੀ, ਕਪਾਹ 3 ਲੱਖ ਹੈਕਟਰ ਰਹਿ ਗਈ, ਉਹਨੂੰ 7.5 ਲੱਖ ਹੈਕਟਰ ਕਿਵੇਂ ਲੈ ਕੇ ਜਾਣਾ? ਕਪਾਹ ਜ਼ਿੰਦਾ ਕਿਉਂ ਨਹੀਂ ਬੀਜਦਾ? ਉਹਨੂੰ ਜਦੋਂ ਭਾਰਤ ਸਰਕਾਰ CCI ਪਰਚੇਜ਼ ਘਟਾ ਦਿੰਦੀ ਆ ਤੇ ਭਾਅ ਡਾਊਨ ਹੋ ਜਾਂਦਾ। ਪਿਛਲੇ ਸਾਲ CCI ਨੇ ਪਰਚੇਜ਼ ਕੀਤੀ, ਭਾਅ ਗਵਰਨਮੈਂਟ ਨਾਲ ਉਹਨਾਂ ਨੇ ਕਰੋਗੇ ਅੱਛੀ ਸੀ, ਤੇ ਜਦੋਂ CCI ਨੂੰ ਪਰਚੇਜ਼ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਦੇ ਨਾਲ ਸਾਡਾ ਤਾਲਮੇਲ ਹੋਣਾ ਚਾਹੀਦਾ ਕਿ ਜਦੋਂ ਇਹਨਾਂ ਪਰਚੇਜ਼ ਕਰਨੀ ਚਾਹੀਦੀ ਹੈ। ਡੀਜ਼ਲ ਦਾ ਕੰਸਰਨ ਜਿਹੜਾ ਪੈਡੀ ਦੇ ਉੱਤੇ ਪੈਡੀ ਨੂੰ ਘਟਾਉਣਾ ਚਾਹੀਦਾ, ਕਿੰਨਾ ਪੈਡੀ ਨੂੰ ਘਟਾਉਣਾ ਚਾਹੀਦਾ, ਪਾਣੀ ਘੱਟੋ ਘੱਟ ਸਾਨੂੰ ਇਸਤੇਮਾਲ ਕਰਨਾ ਚਾਹੀਦਾ। ਪੈਡੀ ਜਿਹੜੇ ਲੋਕ ਬੀਜ ਰਹੇ ਆ ਉਹ DSR ਨਾਲ ਬੀਜੇ, ਪਰ ਇਹ ਵੱਖਰੀ ਕਮੇਟੀ ਦੇ ਵਿੱਚ ਅਸੀਂ ਉਹ ਡਿਸਕਸ ਕਰ ਰਹੇ ਹਾਂ ਕਿ ਸ਼ਾਰਟ ਡਿਊਰੇਸ਼ਨ ਵੈਰਾਈਟੀਜ਼ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਘੱਟੋ ਘੱਟ ਦਿਨ ਦੇ ਵਿੱਚ ਝੋਨਾ ਪੱਕੇ। ਇਕੱਠੇ ਦਿਨ ਝੋਨਾ ਪੱਕੇਗਾ ਤਾਂ ਪਾਣੀ ਵੀ ਘੱਟ ਪੱਕੇਗਾ। तो पर 60 तो मेरे ख्याल से रिकमेंडेड ही नहीं है। जो 60 है जो अर्ली यील्डिंग वैरायटीज़ हैं वो तो एग्रीकल्चर डिपार्टमेंट नहीं रिकमेंड करता ना। यील्डिंग वैरायटीज़ जो है अर्ली मैच्योरिंग, हाँ जी, अर्ली मैच्योरिंग को रिकमेंड करते हैं। ਰਾਣਾ ਜੀ ਸਾਰੀ ਗੱਲ ਇੱਧਰ ਤੁਹਾਡੇ ਇਲੈਕਸ਼ਨ ਸਰ, ਸਾਰੀ ਗੱਲ ਜਿਹੜੀ ਹੈ ਪਾਣੀ ਦੇ ਰੀਚਾਰਜ ਲਈ ਹੋ ਰਹੀ ਹੈ। ਬੀਇੰਗ ਅ ਰਾਈਪੇਰੀਅਨ ਸਟੇਟ, ਤੁਹਾਨੂੰ ਲੱਗਦਾ ਕਿ ਤੁਸੀਂ ਇਸ ਬਾਰੇ ਕੋਈ ਰਿਕਮੈਂਡੇਸ਼ਨ ਨਹੀਂ ਦਿੱਤੀ ਕਿ ਪੰਜਾਬ ਦੇ ਵਿੱਚੋਂ ਪਾਣੀ ਜ਼ਿਆਦਾ ਬਾਹਰ ਜਾ ਰਿਹਾ ਹੈ? ਇੱਕ ਵਾਰੀ ਪਾਣੀ ਦੀ ਜਿਹੜੀ, ਕਿਉਂਕਿ ਸਭ ਤੋਂ ਮੇਨ ਚੀਜ਼ ਤਾਂ ਇਹ ਹੈ ਕਿ ਪਾਣੀ ਦਾ ਰਾਈਪੇਰੀਅਨ ਸਟੇਟ ਹੁੰਦੇ ਹੋਏ ਪੰਜਾਬ ਦੇ ਵਿੱਚ ਕਿੰਨਾ ਪਾਣੀ ਰਹਿ ਰਿਹਾ, ਉਹਦੇ ਬਾਰੇ ਵੀ ਰਿਪੋਰਟ ਦੇ ਵਿੱਚ ਰਿਕਮੈਂਡ ਕਰੋ। ਕਮੇਟੀ ਦੇ ਰਾਣਾ ਸਾਹਿਬ, ਇਹ ਤੁਸੀਂ ਜਦੋਂ ਸਟੱਡੀ ਕੀਤੀ ਹੋਣੀ ਹੈ, ਕਾਫੀ ਜਿਹੜੀ ਸਟੱਡੀ ਕੀਤੀ ਹੈ, ਉਹਦੇ 'ਚ ਇੱਕ ਵਾਰ-ਵਾਰ ਗੱਲ ਆਉਂਦੀ ਹੁੰਦੀ ਹੈ ਕਿ ਇੰਨੇ ਬਲਾਕਸ ਹੈ ਖਰਾਬ ਹੋ ਗਏ ਤੇ ਸਾਡੇ ਕੋਲ ਸਿਰਫ 10 ਸਾਲ ਦਾ ਪਾਣੀ ਬਚਿਆ, 20 ਸਾਲ ਦਾ, 5 ਸਾਲ ਦਾ, ਕਿਉਂਕਿ ਅਕਸਰ ਇਹ ਜ਼ਰੂਰ ਗੱਲ ਸਾਹਮਣੇ ਆਈ ਵੀ ਹੁਣ ਤੱਕ ਜੇਕਰ ਆਪਾਂ ਇੱਦਾਂ ਇਸਤੇਮਾਲ ਕਰਦੇ ਰਹੇ ਤੇ 10 ਸਾਲ ਬਾਅਦ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਇੱਦਾਂ ਕਰਕੇ ਹੈ ਉਹਦੀ ਨੋਟ ਕੀਤਾ ਕਿੰਨੇ ਕੁ ਸਾਲ ਤੱਕ ਤਾਂ ਜਿਹੜਾ ਆਪਾਂ ਨਾ ਕੰਟਰੋਲ ਕਰ ਪਾਏ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, 300 ਫੁੱਟ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ 300 ਫੁੱਟ ਦੇ ਪਾਣੀ ਅਸੀਂ ਇਸ ਵੇਲੇ ਇਸਤੇਮਾਲ ਕਰ ਰਹੇ ਹਾਂ। ਕਿਤੇ 150, ਕਿਤੇ 250, ਕਿਤੇ 350, ਕਿਤੇ 300। ਇਹ 83% ਟਿਊਬਲ ਜਿਹੜੇ ਆ 300 ਫੁੱਟ ਦੀ ਤਹਿ ਤੇ ਪਾਣੀ ਖਿੱਚ ਰਹੇ ਆ ਰਿਜ਼ਰਵਾਇਰ। ਐਂਡ ਦੀ ਸੈਕੰਡ ਰਿਜ਼ਰਵਾਇਰ ਸਟਾਰਟਸ below that, which goes up to 600 feet. ਟਿਊਬਲ ਆਲਰੇਡੀ ਉਹ ਜਾ ਚੁੱਕੇ ਆ। ਜਿੰਨਾ ਅਸੀਂ ਟਿਊਬਲ ਰਾਹੀਂ ਪਾਣੀ ਖਿੱਚਦੇ ਆ ਨਾ, ਉਹਦਾ 17% ਪਾਣੀ ਅਸੀਂ ਸੈਕੰਡ ਰਿਜ਼ਰਵਾਇਰ ਚ ਖਿੱਚ ਰਹੇ ਹਾਂ, 83% ਚ ਖਿੱਚ ਰਹੇ ਹਾਂ। ਉੱਪਰ ਵਾਲਾ ਬੜੀ ਜਲਦੀ ਅਸੀਂ ਨਿਬੇੜ ਦੇਣਾ। मेरे को देखो हाले तक कोई स्टडी है नहीं है कि कितने साल चलेगा, लेकिन रफ एस्टिमेट्स आर 25 years. Don't you know that? Rough estimates are 25 years. It could be 2 years, 3 years less. It could be 5 years more.
ਤੇ ਅੱਜ ਲੋੜ ਕੀ ਹੈ? ਦੇਖੋ ਜੀ, ਲੋੜ ਸਿੰਪਲ ਜੀ ਗੱਲ ਕਰੀਏ, 64 ਬਿਲੀਅਨ ਕਿਊਬਿਕ ਮੀਟਰ BCM 64 BCM ਪਾਣੀ ਦੀ ਖਪਤ ਹੈ, और 14.2 या 02 BCM ਪਾਣੀ ਅਸੀਂ ਸ਼ਾਰਟਫਾਲ ਹੈ। ਹੁਣ ਜਿੰਨਾ ਪਾਣੀ ਅਸੀਂ ਚਾਹੇ ਨਹਿਰ ਦਾ ਹੋਵੇ, ਚਾਹੇ ਰੇਨ ਦਾ ਹੋਵੇ, ਉਹ ਆਉਂਦਾ ਤਾਂ ਧਰਤੀ ਤੇ ਨਾ ਇਰੀਗੇਸ਼ਨ ਚ ਫਲੈਟ ਧਰਤੀ ਤੇ ਪੈਂਦਾ। ਰਿਪੋਰਟ ਕਹਿੰਦੀ ਆ ਕਿ 20%। ਉਹਨਾਂ ਨੇ ਸਭਾ ਜੀ ਕਿਹਾ ਜੀ ਕਿ ਮੈਂ ਇਸ ਰਿਪੋਰਟਾਂ ਨੂੰ ਸਹਿਮਤ ਨਹੀਂ। ਉਹਦੇ ਦੋ ਕਾਰਨ ਹੈ ਕਿ ਪਹਿਲਾਂ ਤਾਂ ਇਹ ਰਿਪੋਰਟ ਜਨਰਲਾਈਜ਼ ਹੈ, ਇਹਨੂੰ ਏਰੀਆ ਸਪੈਸੀਫਿਕ ਹੋਣਾ ਚਾਹੀਦਾ ਕਿ ਦੀ ਫਿਗਰ ਦੀ ਵੇਰੀਏਸ਼ਨ ਦੀ ਫਿਗਰ। ਇੱਕ ਧਰਤੀ ਸੈਂਡੀ ਆ, ਇੱਕ ਧਰਤੀ ਸੈਂਡੀ ਲੋਕ ਹੈ, ਇੱਕ ਐਲੂਮੀਨੀਅਮ ਦਾ ਕਲੇਸ ਹੋਏਗਾ, ਜਿਹੜੀ ਚਿਕਨੀ ਮਿੱਟੀ ਵਿੱਚ ਪਾਣੀ ਉੱਪਰ ਪਾ ਦੇ ਨੂੰ ਜਾਊਗਾ ਹੀ ਥੱਲੇ, ਰੇਤੇ ਪ੍ਰੋਬਲਮ ਖਤਮ ਚੱਲੇ। ਇੱਕ ਕਾਰਨ ਇਹਦਾ ਹੈ ਕਿ ਅੱਗੇ ਅਸੈਸ ਨਹੀਂ ਕਰ ਪਾਏ। ਦੂਜਾ ਚਾਹੇ ਉਹ ਰੇਤਾ ਹੋਵੇ, ਕਲਿਆ ਹੋਵੇ, ਉਹ ਪਹਿਲੇ ਖੜਾ ਪੈ ਰਿਹਾ और किसी स्टेज से ये हो सकता अमरूद का जी हो सकता है। सो करेक्ट असेसमेंट ये मेट्रोन क्या नहीं चीफ कमेटी के अंदर असं मेट्रोन क्या कि ये असेसमेंट करो एक्चुअल रीचार्जिंग कितने % की हो रही है। एक तो परसेंटेज में आइए मेरा 8 मिलियन क्यूबिक मीटर अं पर पानी छिड़कते हैं या सुखते हैं, वो जब 20% कहते थले जाता 20 क्यों नहीं जाती? वो सिस्टम बनाइए, अदर देन 80% एवेपोरेट्स, तो वो आप मिनिमाइज करिए, वाटर टेबल साडा एक बहुत जगह बार-बार गल आती है जो एक रीचार्ज बारे ना 250 गज की गल की है, काफ़ी पुराना है कि ना किधर नक्शा नहीं पास होएगा, लोकल बॉडी करेगी आके। अक्सर मन्निया जाता कि जेकर लोकल बॉडी और जड़ियाँ इन्हों का रीचार्ज सिस्टम कंपल्शन की हुई उस तो बगैर तुम अपनी कोठी नहीं बना सकते, घर नहीं बना सकते, नक्शा पास हो सकता। ये वास्ते कोशिश असल सैलरी दे देना एक कानून के लोकल सेल्फ गवर्नमेंट ने पास किया, एक सैलरी नहीं किया, उन्होंने जब तक होना चाहिए। Why do you doubt this is the committee of the house? मेरी कमेटी नहीं है, तो ना मंत्री दी है। मेरा ਇਹਦੇ ਇੰਪਲੀਮੈਂਟ ਸਰਕਾਰ ਕਰੂਗੀ ਜਦ ਹਾਊਸ ਇੰਪਲੀਮੈਂਟ ਕਰੂਗਾ, ਬਹਿਸ ਹੋਏਗੀ ਆ ਚੀਜ਼ ਰੱਖਣੀ ਆ ਚੀਜ਼ ਨਹੀਂ ਰੱਖਣੀ। ਅਸੀਂ ਬੜੀ ਚੀਜ਼ਾਂ ਰਿਕਮੈਂਡ ਕੀਤੀਆਂ, ਹਾਊਸ ਨਾ ਮੰਨੇ ਉਹਨਾਂ ਦੀ ਮਰਜ਼ੀ। ਇਹ ਜ਼ਰੂਰੀ ਤਾਂ ਨਹੀਂ ਬਾਈਬਲ ਬਣ ਗਈ ਤਾਂ ਇਹਨਾਂ ਨੇ ਇੰਪਲੀਮੈਂਟ ਹੋ ਗਿਆ। ਸਰ ਜਿਹੜਾ ਤੁਸੀਂ DSR ਰਿਕਮੈਂਡ ਕੀਤਾ ਹੈਗਾ ਮਤਲਬ ਕਿ ਇਸ ਕਮੇਟੀ ਨੇ ਨਹੀਂ ਕੀਤਾ DSR, ਉਹਦਾ ਸਿਰਫ ਇੱਕ ਲਾਈਨ ਹੈ DSR कमेटी दूसरी भी तो मुद्दे नहीं छोड़ना। सर मेरा सिर्फ है कि जिस तरह अभी 10 मई वाला पहला 10 मई को 10 जून वाला जो कानून बनाया कि 10 जून तो पहला नहीं पार्टी सोच कि ये DSR भी कानून या कि नहीं देखा जाता। मेरा जो इन्होंने गल कर उन्होंने याद दिला दिया। मैं ये देखिए मैं दस नहीं पाया इस तरह कोई सारे ਇਹ ਅਸੀਂ ਇਹ ਰਿਕਮੈਂਡ ਕੀਤਾ ਕਿ ਮੰਨ ਲਓ ਤੁਸੀਂ DSR ਕਰਦੇ ਹੋ, ਤੁਸੀਂ ਹਾਰਟੀਕਲਚਰ ਕਰਦੇ ਹੋ, ਤੁਸੀਂ ਕਾਟਨ ਦੀ ਗੱਲ ਕਰਦੇ ਹੋ, ਕਾਟਨ ਨੂੰ ਝੋਨੇ ਨੂੰ ਤੇ ਬਾਕੀ ਕ੍ਰੌਪਸ ਨੂੰ ਵੱਖਰਾ ਵੱਖਰਾ ਟਾਈਮ ਨਹੀਂ ਗਿਆ। if you want to increase the sowing of cotton you will have to make them available water on the first week of April May ਇਸ ਕਰਕੇ ਗਲਤੀ ਹੁੰਦੀ ਮੇਰੇ ਪਹਿਲੇ ਹਫਤੇ ਜਿਹਨੂੰ ਪਾਣੀ ਮਿਲਣਾ ਚਾਹੀਦਾ। ਦੂਜੇ ਬੰਨੇ ਅਸੀਂ ਕਹਿੰਦੇ ਵੀ 10 ਜੂਨ ਨੂੰ ਦੇਵਾਂਗੇ, ਜੇ 10 ਜੂਨ ਨੂੰ ਦੇਵਾਂਗੇ ਤਾਂ ਕਾਟਨ ਮਿਲੂਗਾ ਕਿਵੇਂ? ਇਸੇ ਤਰ੍ਹਾਂ ਔਰਚਰਡ ਨੇ ਜਾਂ ਹੋਰ ਕ੍ਰੌਪਸ ਨੇ ਜਾਂ DSR ਹੈ, DSR ਨੂੰ ਸਾਨੂੰ ਮਿਲੀ। ਅਸੀਂ ਵੀ ਰਿਕਮੈਂਡ ਕਰਾਂਗੇ ਕਿ ਇਹਦੇ 'ਚ ਕਿ ਇੱਕ ਪਿੰਡ ਨੇ 50% ਪ੍ਰੋਮਿਸ ਕਰ ਦਿੱਤਾ ਕਿ ਮੈਂ DSR ਵੀ ਸੀ, ਉਹਨਾਂ ਨੂੰ ਆਪਾਂ ਰਿਕੁਆਇਰਡ टाइम देते अर्लियर देन 10th of June बिजली प्रोवाइड करिए, तो ही लीजिएगा नहीं
ਤੇ ਜੇ ਜਿਹੜੀ ਪ੍ਰੋਵਾਈਡ ਨਾ ਕਰੀਏ ਕਿ DSR ਵਿੱਚ ਇਟ ਇਜ਼ ਨਾਟ ਪੋਸੀਬਲ। ਸੋ ਇਹ ਰਿਕਮੈਂਡੇਸ਼ਨਸ ਹੈਗੀਆਂ ਨੇ। ਰਾਣਾ ਜੀ ਤੁਸੀਂ ਇੱਕ ਬੜੀ ਅਹਿਮ ਚੀਜ਼ ਕਹੀ ਕਿ ਵਾਟਰ ਰਿਸੋਰਸ ਕਮਿਸ਼ਨ ਨੂੰ ਸਾਰੇ ਪਾਣੀ ਦੇ ਮਸਲੇ ਜਿਹੜੇ ਚਾਹੀਦੇ, ਨਾਲ ਇਹ ਗੱਲ ਕਹੀ ਕਿ ਮਾਈਨਿੰਗ ਉਹਨਾਂ ਤੋਂ ਲੈ ਲੈਣੀ ਚਾਹੀਦੀ, ਕੋਈ ਖਾਸ ਕਾਰਨ? हाँ कारण है कि माइनिंग एंड वाटर डोंट वर्क टुगेदर। बेंट ऑफ माइनिंग कल्चर डेवलप है ये और दे सबको एग्रीकल्चर डेवलप होना चाहिए। जिन्हें आई विल को PSPCL का वर्किंग कल्चर बहुत बेहतर है। एंड मैं अक्सर बोल करता हूँ सीवेज बोर्ड इंजीनियर की गल करते हो तो मजा आता है। तो ये नहीं गलत काम होना तो नहीं सो एक कल्चर डिपार्टमेंट का नवा डिपार्टमेंट बनाओ, द कल्चर हो थिंकिंग ऑन द लाइंस ऑफ मैक्रोन इजराइल एंड मे बी अदर कंट्रीज वेयर देयर इज स्कैर्सिटी ऑफ वाटर, हाउ आर दे हैंडलिंग। भी नवे मुंडे ने मिलो मजा आ जाता। इस कमेटी एग्रीकल्चर की कमेटी में फ्रेशर मुंडे यानी 6 महीने की नौकरी, चंगे अफसर बैठे हो चौकते वो बोलते हैं कि दिस इज द आंसर। सो कल्चर इधर के बंदे आके कल्चर आप बनाइए उस मिनिस्ट्री का कि लाइफ लाइन सारी पानी हो। सर एक जोनिंग की गल की कि खेती बड़ी की जोनिंग क्योंकि पंजाब में कहता अपने खान में ही सुझा सके भी झोना छड़ना चाहिए, झोने की बात करते हैं। झोना छड़ के देखो एकदम की झोना इस कमेटी ने मतलब नहीं सवाल किया ये लिखे लिखो ना क्योंकि स्पेसिफिक किसी ने देखी आज भी तुम गल कर कोई तो बंदा समझाऊगा कदे तो समझाऊगा आज की लोड़ नहीं पई। ये चीज़ें 10-20 साल पहले होनी चाहिए, नहीं हो पाई है। 20 साल पहले मैं भी राजनीति थी, स्पीकर साहब भी राजनीति से, CM साहब भी मुख्यमंत्री से, पर नहीं हुई। लेकिन इस बार जिदा जिदा समस्या गंभीर हो जा रही तो जगना चाहिए, उन्होंने एड्रैस करना चाहिए। सरकार साड़ी सिंसीयर है, स्पीकर साहब ने कमेटी फॉर्म की है, एग्रीकल्चर वाली वक्री कमेटी आ ਉਹਦੇ ਵੀ ਮੈਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਇਹ ਪਹਿਲੇ ਕਿ ਕੌਣ ਸਦਾ जोनिंग ਨੂੰ ਕੰਟਰੋਲ ਕਰ ਰਹੇ ਨੇ। जोनिंग ਦੇ ਵਿੱਚ ਨਹੀਂ ਹੈ ਕੋਈ ਮਾਈਕਰੋ ਨਿਕਲੀ ਪ੍ਰੋਬਲਮ ਦਾ ਸੈਕਟਰ ਆ ਗਿਆ ਮਾਈਕਰੋ ਨਹੀਂ ਆ ਰਿਹਾ ਬਸ ਇਹ ਵੀ ਪੈਡੀ ਲਾ ਰਿਹਾ स्टार्ट फ्रॉम दो ब्लॉक जोनिंग ਨੂੰ चीज बड़ी हुई है पंजाब पार्लियामेंट रिपोर्ट हुई है दैट रिपोर्ट वाज सबमिटेड इंडिया ਉਹਦੇ 9000 ਕਰੋੜ सर ये तो जौहल कमेटी में भी था। हाँ जी मैं जोनिंग की गल कर रही हूँ, तो जौहल कमेटी में भी सीगा। हाँ जी अच्छा जी हाँ जी सरदार अफताब सिंह जी की बोलो। वेलकम जी, बहुत खुशी है। लेकिन एक गल मैं बेनती करनी चाहना अबाउट माई एक्सपीरियंस आई लेट दैट एक्सपीरियंस शेयर विद यू। गुरजीत सिंह जी राणा एंड ऑल मेंबर्स ऑफ द कमिटी, they have done an exceptional job, exceptional work, and if you really study the report you will really see that it's kind of, or you can term it as a bible of the coming times. It's my humble request, please study it and really you will find out what we have done. so that is what we really want to do. But we want to give you the report. Yeah हाँ, just अजय नहीं दे सकते, लेकिन what I am requesting is बेनती recommendations की कॉपी तो दे सकते हैं। बेनती ये हुई है, ਅਸੀਂ ਧੰਨਵਾਦ ਕਰਨਾ ਚਾਹੁੰਦੇ ਗੁਰਜੀਤ ਸਿੰਘ ਰਾਣਾ ਜੀ ਦਾ। He is into this. Second thing, he is an entrepreneur, he is an agriculturist to the highest industrialist also, and he has a lot of vision. और ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਸਾਨੂੰ ਵੀ ਸਿੱਖਣ ਨੂੰ ਮਿਲਿਆ ਬਹੁਤ ਕੁਝ ਇਹਨਾਂ ਕੋਲੋਂ। ਲੇਕਿਨ ਸਾਡੀ ਅਸਲੀ ਖੁਸ਼ੀ ਹੈ ਵੀ ਜਿਹੜੀ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਜਿਹੜਾ ਸਾਰਿਆਂ ਨੂੰ ਵੱਡਾ ਗੰਭੀਰ ਮਸਲਾ ਸੀਗਾ ਉਹ ਗਰਾਊਂਡ ਵਾਟਰ ਲੈਵਲ ਦਾ, ਉਹਨੂੰ ਅਸੀਂ ਤਰੀਕੇ ਦੇ ਨਾਲ ਰეკਮੈਂਡੇਸ਼ਨਸ ਦੇ ਨਾਲ ਅਸੀਂ ਸੌਰਟ ਆਊਟ ਕਰ ਸਕਦੇ ਹਾਂ। ਔਰ ਉਹਦਾ ਸਿਹਰਾ ਜਿਹੜਾ ਹੈ ਮੈਂ ਚੇਅਰਮੈਨ ਸਾਹਿਬ ਦੇ ਅਸੀਂ ਇਹਨੂੰ ਦੇਣਾ ਚਾਹੁੰਦੇ ਹਾਂ। ਐਂਡ ਪਲੀਜ਼ ਤੁਸੀਂ ਕੁਐਸਚਨ ਜ਼ਰੂਰ ਪੁੱਛੇ ਨੇ, ਲੇਕਿਨ ਇਹਨੂੰ ਡੀਪ ਸਟੱਡੀ ਕਰੋ, ਫਿਰ ਯੂ ਵਿਲ ਰਿਅਲਾਈਜ਼ ਵੀ ਕਿੰਨਾ ਵਧੀਆ ਇਹ ਚੀਜ਼ ਹੈਗੀ ਹੈ। ਇਹ ਮੈਂ ਜ਼ਰੂਰ ਕਹਿਣੀ ਚਾਹੁੰਦਾ। ਥੈਂਕ ਯੂ ਵੈਰੀ ਮਚ। So most of us are here to get a copy of the report, but पंजाब सारे का, चाहे कोई पत्रकार है, चाहे कोई किसान है, चाहे कोई मजदूर है,
ਬੈਕ ਅਫਸਰ ਹੈ। ਪਾਣੀ ਬਗੈਰ ਸਾਡਾ ਕਿਸੇ ਦਾ ਨਹੀਂ ਸਰਦਾ। ਐਂਡ ਇਨ ਦੀ ਟਾਈਮਸ ਟੂ ਕਮ ਸਾਨੂੰ ਜਿਹੜੀ ਦੁਰਲਭ ਔਰ ਪਿਆਰੀ ਚੀਜ਼ ਹੈ ਪਾਣੀ ਹੋਏਗਾ, ਪਾਣੀ ਦੀ ਲੱਭਾ ਚੰਗਾ ਪਾਣੀ। ਸੋ ਵੀ ਮਸਟ ਸੇਵ ਉਹਦੇ ਵਿੱਚ ਕੰਟਰੀਬਿਊਟ ਕਰਨ ਲਈ ਜਿੱਥੇ ਗਵਰਨਮੈਂਟ ਸਾਡੀ ਹਾਊਸ ਕਮੇਟੀ ਬਣਾਈ ਆ, ਗਵਰਨਮੈਂਟ ਇਸ ਦੇ ਆਫਿਸਰਸ ਆਰ देयर ਟੂ ਇੰਪਲੀਮੈਂਟ ਦੀ ਪ੍ਰੋਗਰਾਮ ਤੇ ਦੀ ਪ੍ਰੈਸ ਹੈਜ਼ ਟੂ ਪਲੇ ਅ ਰੋਲ। ਬਹੁਤ ਰੋਲ ਤੁਸੀਂ এনवायरमेंट ਦੇ ਲਈ ਬੜਾ ਕੁਝ ਕੀਤਾ। ਇਫ ਯੂ ਰੀਲੀ ਸਟੱਡੀ ਹਾਊ ਟੂ ਪੋਲਿਊਸ਼ਨ ਇੰਡਸਟਰੀ ਡੀਲ ਕਰਦੀ ਸੀ ਨਾ, ਉਹ ਕਿਵੇਂ ਰੁਕੀ? ਕਿਉਂਕਿ ਤੁਸੀਂ ਪੱਤਰਕਾਰਾਂ ਨੇ ਕੰਮ ਤਾਂ ਲਿਆ ਐਜ਼ ਇੰਡਸਟਰੀ ਬੁਰੀ ਲੱਗਦੀ ਸੀ, ਬਟ ਅੱਜ ਕੀ ਆ, ਪੋਲਿਊਸ਼ਨ ਖਤਮ ਹੋ ਗਈ। there are ways and means industries not polluted with that level. There are people who are polluted. ਉਹਨਾਂ ਲਈ ਅਸੀਂ ਕਮੇਟੀ ਦੇ ਵਿੱਚ ਰਿਕਮੈਂਡ ਇਹ ਵੀ ਕੀਤਾ ਕਿ ਉਹਨਾਂ ਨੂੰ ਪਨਿਸ਼ ਕਰਨਾ ਚਾਹੀਦਾ, ਲਾਅ ਜਿਹੜਾ ਐਨਫੋਰਸ ਕਰਨਾ ਚਾਹੀਦਾ, ਔਰ ਸਰਕਾਰ ਸਖਤੀ ਨਾਲ ਤੁਸੀਂ ਆਪਣਾ ਪਾਣੀ ਕੱਢ ਕੇ ਟਿਊਬਲ ਨਾਲ डिस्चार्ज कर दो। एक तो डिस्चार्ज कर दो तो एक कनाल सैंपल थोड़ा 10-20 फेल हो गया, दैट इज समथिंग सेपरेट। एंड द अदर थिंग इज यू आर पुटिंग इट इनटू ग्राउंड वाटर, दैट इज क्लीनर। ये ਅਸੀਂ अपनी कमेटी ਦੀ ਰਿਪੋਰਟ ਵੀ ਲਿਖਿਆ ਤੇ ਇਹ ਪੋਲੂਸ਼ਨ ਰੁਕੀ ਹੈ ਹਿੰਦੁਸਤਾਨ ਦੀ ਪਹਿਲੇ ਨਾਲੋਂ ਬਹੁਤ ਬਿਹਤਰ ਹੈ। ਹੁਣ ਸਾਡੀ ਪੋਪੂਲੇਸ਼ਨ ਵਧ ਰਹੀ ਹੈ, ਉਹਦੇ ਕਰਕੇ ਪੋਲਿਊਟ ਹੋ ਰਿਹਾ, दैट इज अ सेपरेट थिंग। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਸੇਵ ਕਰਨ ਲਈ ਤੁਹਾਡਾ ਬੜਾ ਵੱਡਾ ਰੋਲ ਹੈ। ਥੈਂਕ ਯੂ ਜੀ।